नानक दुनिया कैसी हुई, सालक मित ना रह्यो कोई। भाई बंदी हेत चुकाया, दुनिया कारण दीन गवाया। नानक दुनिया कैसी हुई, सालक मित न रह्यो कोई। भाई बंदी हेत चुकाया, दुनिया कारण दीन गवाया। वाहिगुरु जी का खालसा, वाहिगुरु जी की फतेह। गुरु प्यारी साध संगत जीओ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਜੋ ਆਪਾਂ ਲਗਾਤਾਰ ਰੋਜ਼ਾਨਾ ਸਰਵਣ ਕਰਦੇ ਹਾਂ, ਤੇ ਇਸ ਲੜੀ ਦੇ ਤਹਿਤ ਆਪਾਂ 4 ਨੰਬਰ ਸ਼ਲੋਕ ਤੱਕ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਆਪਾਂ 5 ਨੰਬਰ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1410 ਉੱਪਰ ਸੁਭਾਈਮਾਨ ਹੈ। ਗੁਰਦੇਵ ਪਿਤਾ ਮਹਾਰਾਜ ਜੀ ਨੇ ਇਹਨਾਂ ਸ਼ਲੋਕਾਂ ਵਿੱਚ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਮੁੱਚੀ ਮਾਨਵਤਾ ਨੂੰ ਜੇ ਆਪਾਂ ਇੰਜ ਵੀ ਕਹਿ ਲਈਏ ਕਿ ਹਲੂਣਾ ਦਿੱਤਾ ਹੈ, ਝੰਜੋੜਿਆ ਹੈ, ਗਫਲਤ ਦੀ ਨੀਂਦ ਵਿੱਚੋਂ ਜਗਾਇਆ ਹੈ ਕਿ ਅਸੀਂ ਆਪਣੇ ਫਰਜ਼ਾਂ ਦੀ ਪਹਿਚਾਣ ਕਰ ਸਕੀਏ। ਪਾਤਸ਼ਾਹ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਸ਼ਬਦਾਂ ਵਿੱਚ ਸਾਨੂੰ ਸੱਚ ਦੇ ਨੇੜੇ ਜਾਣ ਦਾ ਇੱਕ ਤਰੀਕਾ ਦੱਸਿਆ ਹੈ। ਗੁਰਦੇਵ ਜੀ ਨੇ ਦੁਨੀਆ ਦੀ ਇੱਕ ਤਸਵੀਰ ਖਿੱਚੀ ਹੈ, ਦੁਨੀਆ ਨੂੰ ਜੋ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ, ਉਹਦੇ ਬਾਰੇ ਜੋ ਸਾਨੂੰ ਪਹਿਲਾਂ ਤੋਂ ਸੁਚੇਤ ਕੀਤਾ ਹੈ ਕਿ ਦੁਨੀਆ ਕਿਹੜੇ ਗਲਤ ਰਸਤੇ ਪੈ ਚੁੱਕੀ ਹੈ। ਬਾਣੀ ਹਰ ਸਮੇਂ ਹਰ ਵਕਤ ਸਾਨੂੰ ਸਮੇਂ ਦੇ ਹਾਲਾਤਾਂ ਤੋਂ ਜਾਣੂ ਹੀ ਨਹੀਂ ਕਰਾਉਂਦੀ, ਸਗੋਂ ਉਹਨਾਂ ਹਾਲਾਤਾਂ ਨਾਲ ਜੂਝਣ ਦੀ, ਲੜਨ ਦੀ ਸ਼ਕਤੀ ਵੀ ਬਖਸ਼ਦੀ ਹੈ। ਬਾਸ਼ਰਤ ਅਸੀਂ ਬਾਣੀ ਨੂੰ ਇਕੱਲਾ ਪਾਠ ਪਠਣ ਦੀ ਬਜਾਏ ਉਹਨਾਂ ਨੂੰ ਵਿਚਾਰ ਸਕੀਏ, ਸਮਝ ਸਕੀਏ ਅਤੇ ਆਤਮਿਕ ਬਲ ਆਪਣਾ ਮਨ ਮਜ਼ਬੂਤ ਕਰ ਸਕੀਏ। ਹਜ਼ੂਰ ਫਰਮਾਉਂਦੇ ਨੇ, ਨਾਨਕ ਦੁਨੀਆ ਕੈਸੀ ਹੋਈ, ਹੇ ਨਾਨਕ ਦੁਨੀਆ ਯਾਨੀ ਕਿ ਲੁਕਾਈ ਅਜੀਬ ਨੀਵੇਂ ਪਾਸੇ ਜਾ ਰਹੀ ਹੈ। ਕੈਸੀ ਹੋਈ, ਕਿਹੜੇ ਬੰਨੇ ਤੁਰ ਪਈ ਹੈ। ਸਾਲਕ ਮਿੱਤ, ਸਾਲਕ ਦਾ ਅਰਥ ਹੈ ਸੰਤ, ਨੇਕ, ਸੱਚਾ। ਸਾਲਕ ਮਿੱਤ, ਸਾਲਕ ਮਿੱਤਰ ਜਿਹੜਾ ਸੱਚਾ ਮਿੱਤਰ ਹੈ, ਨਾ ਰਹਿਓ ਕੋਈ। ਦੁਨੀਆ ਕਿਹੜੇ ਬੰਨੇ ਤੁਰ ਪਈ ਹੈ ਵੀ ਸਾਨੂੰ ਦੁਨੀਆ ਵਿੱਚ ਕੋਈ ਸੱਚਾ ਮਿੱਤਰ ਦਿਸਦਾ ਹੀ ਨਹੀਂ ਹੈ। ਅੱਜ ਤੁਸੀਂ ਵੇਖ ਲਓ, ਸੱਚ ਦਾ ਕਾਲ ਪੈ ਗਿਆ, ਖੰਭ ਲਾ ਕੇ ਸੱਚ ਉੱਡ ਗਿਆ। ਜਦੋਂ ਗੁਰਦੇਵ ਨੇ ਕੱਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉੱਡ ਰਿਹਾ ਵੀ ਧਰਮ ਜਿਹੜਾ ਸੀ, ਇਨਸਾਨੀਅਤ ਜਿਹੜੀ ਸੀ ਉਹਨੂੰ ਖੰਭ ਲੱਗ ਗਿਆ, ਇਨਸਾਨੀਅਤ ਖੰਭ ਲਾ ਕੇ ਉੱਡ ਗਈ। ਹੁਣ ਤੁਸੀਂ ਇੱਕ ਇਨਸਾਨ ਵਿੱਚੋਂ, ਇਸ ਮਨੁੱਖ ਵਿੱਚੋਂ ਤੁਸੀਂ ਇਨਸਾਨੀਅਤ ਹੀ ਕੱਢ ਦਿਓ, ਓਨਾ ਖਤਰਨਾਕ ਕੋਈ ਜਾਨਵਰ, ਪਸ਼ੂ ਪੰਛੀ ਨਹੀਂ ਹੈ ਜਿੰਨਾ ਖਤਰਨਾਕ ਇਹ ਹੋਏਗਾ। ਪਸ਼ੂ ਪੰਛੀ ਓਨਾ ਖਤਰਨਾਕ ਨਹੀਂ ਹੋਏਗਾ ਜਿੰਨਾ ਇਹ ਦਿਸ ਰਿਹਾ ਮਨੁੱਖ, ਜੇ ਆਪਣੇ ਵਿੱਚੋਂ ਇਨਸਾਨੀਅਤ ਗਵਾ ਪਵੇ, ਜਿੰਨਾ ਖਤਰਨਾਕ ਭੈ ਭੀਤ ਇਹ ਕਰ ਸਕਦਾ ਹੈ। ਪਾਤਸ਼ਾਹ ਜੀ ਕਹਿੰਦੇ, ਸਾਲਕ ਮਿੱਤ ਨਾ ਰਹਿਓ ਕੋਈ। ਸਹੀ ਜੀਵਨ ਦਾ ਰਸਤਾ ਦੱਸਣ ਵਾਲਾ ਮਿੱਤਰ ਕੋਈ ਲੱਭਦਾ ਹੀ ਨਹੀਂ, ਜਿਹਦੇ ਨਾਲ ਹੀ ਵਾਹ ਪੈਂਦਾ ਪੁੱਠੀ ਮੱਤ ਦੇ ਰਿਹਾ। ਜੇ ਕੋਈ ਸਾਨੂੰ ਸਹੀ ਰਸਤਾ ਦੱਸਣ ਵਾਲਾ ਲੱਭਦਾ ਵੀ ਹੈ ਤਾਂ ਅਸੀਂ ਉਹਦੇ ਆਖੇ ਲੱਗਣ ਨੂੰ ਤਿਆਰ ਨਹੀਂ। ਪਹਿਲੀ ਗੱਲ, ਲੱਭਦਾ ਕੋਈ ਨਹੀਂ। ਹੁਣ ਪਾਤਸ਼ਾਹ ਜੀ ਕਹਿੰਦੇ, ਭਾਈ ਬੰਦੀ ਹੇਤ ਚੁਕਾਇਆ। ਭਾਈ ਬੰਦੀ ਭਰਾਵਾਂ ਨੇ, ਸੰਬੰਧੀਆਂ ਨੇ। ਹੇਤ ਦਾ ਅਰਥ ਇੱਥੇ ਪਿਆਰ ਹੈ, ਪਿਆਰ ਹੀ ਮੁਕਾ ਦਿੱਤਾ, ਯਾਨੀ ਕਿ ਪਿਆਰ ਰਿਹਾ ਹੀ ਨਹੀਂ। ਤੁਸੀਂ ਵੇਖੋ, ਅੱਜ ਪਿਆਰ ਹੈ, ਪਿਆਰ ਵਿੱਚ ਪਤਾ ਕੀ ਹੁੰਦਾ ਹੈ? ਪਿਆਰ ਦੇ ਵਿੱਚ ਭਰਾ ਭਰਾਵਾਂ 'ਤੇ ਜਾਨ ਵਾਰਦੇ ਨੇ।
ਜਦੋਂ ਪਿਆਰ ਹੁੰਦਾ ਹੈ ਨਾ, ਉਦੋਂ ਸਾਕ ਸੰਬੰਧੀ ਦੋਸਤ ਮਿੱਤਰ ਇੱਕ ਦੀ ਦੁੱਖ ਤਕਲੀਫ ਹੋਵੇ ਤੇ ਸੀਨਾ ਚੌੜਾ ਕਰਕੇ ਅੱਗੇ ਹੋ ਜਾਂਦੇ ਨੇ, ਉਹਦਾ ਦੁੱਖ ਤਕਲੀਫ ਘਟ ਜਾਂਦਾ ਹੈ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ, ਕਿਸੇ ਦੀ ਖੁਸ਼ੀ ਸ਼ਾਮਲ ਹੋ, ਖੁਸ਼ੀ ਵੱਧਦੀ ਹੈ, ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋ ਜਾਓ, ਉਹਦਾ ਦੁੱਖ ਘਟਦਾ ਹੈ। ਉਹਨੂੰ ਇੰਝ ਲੱਗਦਾ ਮੈਂ ਇਕੱਲਾ ਥੋੜ੍ਹਾ ਦੁੱਖ ਆਣ ਪਿਆ, ਪਰ ਮੇਰੇ ਨਾਲ ਤੇ ਖਲੋਤੇ ਨੇ ਨਾ, ਕਿੰਨਿਆਂ ਲੋਕਾਂ ਨੇ ਮੇਰਾ ਦੁੱਖ ਵੰਡਾਇਆ। ਹੁਣ ਇੱਥੇ ਕਹਿੰਦੇ ਨੇ ਭਾਈ ਬੰਦੀ ਹੇਤ ਚੁਕਾਇਆ, ਹੇਤ ਹੀ ਚੁਕਾਤਾ, ਹੇਤ ਮੁੱਕ ਗਿਆ, ਪਿਆਰ ਮੁੱਕ ਹੀ ਗਿਆ, ਸਿਰਫ ਮੋਹ ਰਹਿ ਗਿਆ, ਪਕੜ ਰਹਿ ਗਈ, ਵਿਸ਼ੇ ਵਿਕਾਰ ਹੀ ਭਾਰੂ ਰਹਿ ਗਏ। ਮਾਰੋ ਅੱਜ ਧਿਆਨ ਆਪਣੇ ਇਰਦ ਗਿਰਦ, ਹੈ ਨਾ ਬਾਣੀ ਹਰ ਸਮੇਂ ਦੀ ਗੱਲ ਕਰਦੀ। ਜਦੋਂ ਤੋਂ ਦੁਨੀਆ ਹੋਂਦ ਵਿੱਚ ਆਈ ਉਦੋਂ ਤੋਂ ਲੈ ਕੇ ਹੁਣ ਤੱਕ ਇਹੋ ਕੁਝ ਹੀ ਹੋ ਰਿਹਾ ਹੈ। ਹੁਣ ਐਸਾ ਨਹੀਂ ਆਪਾਂ ਕਹਿ ਸਕਦੇ ਵੀ ਸਾਰਿਆਂ ਘਰਾਂ 'ਚ ਇੰਝ ਹੁੰਦਾ ਹੈ, ਪਰ ਸਮਾਜ 'ਚ ਇੰਝ ਵਾਪਰ ਰਿਹਾ ਹੈ। ਉਹ ਉਂਗਲਾਂ 'ਤੇ ਗਿਣਨ ਵਾਲੇ ਪਰਿਵਾਰ ਸਮਾਜ ਵਿੱਚ ਟਾਵੇਂ ਪਰਿਵਾਰ ਹੁੰਦੇ ਨੇ, ਜਿੱਥੇ ਭਰਾ ਭਰਾਵਾਂ ਤੋਂ ਜਾਨ ਵਰਦੇ, ਭਰਾ ਨੂੰ ਝਰੀਟ ਆਵੇ ਤੇ ਭਰਾ ਅੱਗੇ ਹੋ ਜਾਂਦੇ ਨੇ। ਆਪਣੇ ਬੱਚੇ ਨਾਲੋਂ ਭਰਾ ਦੇ ਬੱਚੇ ਨੂੰ ਕੁਝ ਤਕਲੀਫ ਆਵੇ ਤੇ ਜ਼ਿਆਦਾ ਦਰਦ ਮਹਿਸੂਸ ਕਰਦੇ ਨੇ। ਐਸੇ ਵੀ ਦੁਨੀਆ 'ਤੇ ਇਨਸਾਨ ਹੈਗੇ ਨੇ। ਆਪਣੇ ਜੀਵਨ ਕਾਲ ਦੇ ਵਿੱਚ ਮੈਂ ਐਸੇ ਇਨਸਾਨ ਵੇਖੇ, ਜਦੋਂ ਭਰਾ ਦੇ ਬੱਚੇ ਨੂੰ ਕਿਤੇ ਆਂਚ ਆਈ ਤੇ ਭਰਾ ਨੂੰ ਇੰਝ ਲੱਗਾ ਮੇਰਾ ਆਪਣਾ ਬੱਚਾ ਚਲਾ ਗਿਆ। ਹੋਏ ਨੇ ਐਸੇ ਪਰਿਵਾਰ ਵੀ ਸੰਸਾਰ 'ਤੇ ਹੈਗੇ ਨੇ। ਤੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਆਪਣੇ ਸਕੇ ਭਰਾਵਾਂ ਦੇ ਬੱਚਿਆਂ ਦੇ ਕਤਲ ਕਰਕੇ ਆਪਣੇ ਬੱਚਿਆਂ ਲਈ ਜਾਇਦਾਦਾਂ ਵੀ ਜੋੜਦੇ ਨੇ। ਮੋਹ ਦਰਿਆ ਦੀ ਤਰ੍ਹਾਂ ਹੈ। ਧਿਆਨ ਨਾਲ ਸੁਣਿਓ ਗੱਲ। ਜਿਵੇਂ ਦਰਿਆ ਨਹੀਂ ਹੁੰਦਾ, ਦਰਿਆ ਦਾ ਪਾਣੀ ਕਦੀ ਜ਼ਮੀਨ ਨੂੰ ਵਿੱਚ ਲੈ ਲੈਂਦਾ ਹੈ, ਕਦੀ ਦਰਿਆਵਾਂ ਦੇ ਪਾਣੀ ਜ਼ਮੀਨ ਛੱਡ ਦਿੰਦਾ ਹੈ। ਜਿਹੜੇ ਪਿੰਡ ਦਰਿਆਵਾਂ ਦੇ ਕੰਢਿਆਂ 'ਤੇ ਵਸਿਆ ਉਹਨਾਂ ਨੂੰ ਇਹ ਗੱਲ ਛੇਤੀ ਸਮਝ ਵਿੱਚ ਆਉਣੀ ਹੈ। ਕਦੀ ਵੇਖਿਆ ਦਰਿਆ ਬਿਲਕੁਲ ਪਿੰਡ ਦੇ ਆਉਣ ਨਾਲ ਲੱਗਦਾ ਹੈ, ਕਈ ਵਾਰੀ ਦਰਿਆ 2-2 ਕਿੱਲੇ ਪਿੰਡ ਤੋਂ ਦੂਰ ਚਲਾ ਜਾਂਦਾ ਹੈ, ਕਦੀ ਜ਼ਮੀਨ ਛੱਡ ਦਿੰਦਾ ਹੈ, ਕਦੀ ਜ਼ਮੀਨ ਵਿੱਚ ਲੈ ਲੈਂਦਾ ਹੈ। ਮੋਹ ਵੀ ਇੰਝ ਹੀ ਹੈ। ਮੋਹ ਮੀਨਿੰਗ ਪਕੜ। ਕਦੀ ਪਕੜ ਦੁੱਧ ਦੀ ਹੈ, ਕਦੀ ਪਕੜ ਮਾਂ ਦੀ ਹੈ, ਕਦੀ ਪਕੜ ਭੈਣ ਭਰਾਵਾਂ ਦੀ ਹੈ। ਬਾਣੀ 'ਚ ਲਿਖਿਆ ਪਹਿਲੇ ਪਿਆਰ ਲੱਗਾ ਥਣ ਦੁੱਧ। ਪਹਿਲਾਂ ਸਿਰਫ ਦੁੱਧ ਨਾਲ ਅਟੈਚਮੈਂਟ ਹੈ। ਕਈ ਵਾਰੀ ਮਾਵਾਂ ਨੂੰ ਦੁੱਧ ਨਹੀਂ ਉਤਰਦਾ, ਲਾਗੇ ਦੂਜੀ ਕਿਸੇ ਔਰਤ ਦੇ ਕੋਲੋਂ ਦੁੱਧ ਦੀ ਹੈਲਪ ਲਈ ਜਾਂਦੀ ਹੈ। ਬੱਚੇ ਨੂੰ ਤਾਂ ਸਿਰਫ ਦੁੱਧ ਨਾਲ ਮਤਲਬ ਹੈ ਨਾ, ਪਰ ਹੌਲੀ ਹੌਲੀ ਇੱਕ ਸਟੇਜ ਪਾਰ ਕਰਦਾ, ਫਿਰ ਦੁੱਧ ਤੋਂ ਅੱਗੇ ਮਾਂ ਨਾ ਦੱਸੇ ਤੇ ਹਨੇਰਾ ਆ ਜਾਂਦਾ ਅੱਖਾਂ ਗਾੜੀ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਦੂਜੀ ਸਟੇਜ 'ਤੇ ਮਾਂ ਬਾਪ ਕੀ ਸੁੱਧ ਹੈ। ਤੀਜੇ ਭਈਆ ਭਾਬੀ ਬੇਬ। ਤੀਜੀ ਸਟੇਜ 'ਤੇ ਆਣ ਕੇ ਭਈਆ ਭਾਬੀ, ਭੈਣਾਂ ਭਰਾਵਾਂ ਬਾਰੇ ਪਤਾ ਲੱਗਾ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ। ਆਹ ਚਾਰ ਦੀਵਾਰੀ ਦੇ ਅੰਦਰ ਜਿਹੜਾ ਪਰਿਵਾਰ ਵਸਦਾ ਇਹ ਮੇਰਾ ਆਪਣਾ ਹੈ। ਚੌਥੇ ਹੁਣ ਇਹ ਸ਼ਬਦ ਵਰਤਿਆ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਚੌਥੇ ਸਟੇਜ 'ਤੇ ਆਣ ਕੇ ਖੇਡਾਂ 'ਚ ਤੁਰ ਪਿਆ। ਹੁਣ ਖੇਡਾਂ ਕਈ ਕਿਸਮ ਦੀਆਂ ਹੋ ਸਕਦੀਆਂ, ਖੇਡਾਂ ਮੱਲਾਂ ਕਰਦਾ ਹੈ। ਪੰਜਵੇਂ ਖਾਣ ਪੀਣ ਕੀ ਤਾਤ। ਹੁਣ ਮਨ ਛੀਆਂ ਖੁਰਾਕਾਂ ਚਾਹੀਦੀਆਂ ਨੇ। ਛੇਵੇਂ ਕਾਮ ਨਾ ਪੁੱਛੇ ਜਾਤ। ਛੇਵੇਂ ਥਾਂ 'ਤੇ ਆ ਕੇ ਕਾਮ ਵਾਸ਼ਨਾਵਾਂ ਨੇ ਇੱਜ਼ਤ ਨਹੀਂ ਵੇਖੀ ਮਾਂ ਬਾਪ ਦੀ। ਉਹ ਕਦਮ ਵੀ ਪੱਟ ਲਏ ਜਿਹੜੇ ਨਹੀਂ ਸੀ ਪੱਟਣੇ ਚਾਹੀਦੇ। ਸਤਵੇਂ ਸਾਂਝ ਕੀਆ ਕਰਵਾਸ। ਸਤਵੇਂ ਥਾਂ 'ਤੇ ਆਣ ਕੇ ਸਾਂਝ ਕੀਆ ਕਰਵਾਸ। ਉਹ ਵਿਸ਼ਿਆਂ ਵਕਾਰਾਂ, ਘਰ ਕਿਹਨੂੰ ਨਹੀਂ ਚਾਹੀਦਾ, ਜਾਇਦਾਦ ਕਿਹਨੂੰ ਨਹੀਂ ਚਾਹੀਦੀ, ਪਰ ਜਾਇਦਾਦ ਇਕੱਠੇ ਕਰਨ ਦੇ ਤਰੀਕੇ ਗਲਤ ਬਣਾ ਲਏ। ਅੱਠਵੇਂ ਕ੍ਰੋਧ ਹੋਆ ਤਾਂ ਨਾਸ। ਅੱਠਵੀਂ ਸਟੇਜ 'ਤੇ ਆਣ ਕੇ ਕ੍ਰੋਧਿਤ ਹੋ ਗਿਆ, ਕਿਉਂਕਿ ਜਦੋਂ ਕਮਾਈ ਨੇਕ ਨਹੀਂ ਸੀ। ਨੌਵੇਂ ਧੌਲੇ ਉੱਭੇ ਸਾਹ। ਨੌਵੀਂ ਸਟੇਜ 'ਤੇ ਆਣ ਕੇ ਧੌਲੇਦਾਰ ਮੀਨਿੰਗ ਬੁਢੇਪੇ ਵਾਲੇ ਬੰਨੇ ਪੈਰ ਪਾ ਲਏ। ਦਸਵੇਂ ਦੱਦਾ ਹੋਆ ਸਵਾ। ਦਸਵੀਂ ਸਟੇਜ 'ਤੇ ਆਣ ਕੇ ਦੱਦਾ ਹੋਆ ਸਵਾ ਦੀ ਢੇਰੀ ਬਣ ਕੇ ਗਏ ਸੰਗੀਤ। ਹੁਣ ਗਏ ਸੰਗੀਤ ਦਾ ਅਰਥ ਕੀ ਹੈ? ਜਿਹੜਾ ਅੰਦਰ ਸੰਗੀਤ ਸੀ, ਜਿਹੜਾ ਅੰਦਰ ਨਾਦ ਵੱਜਦਾ ਸੀ। ਪੁਕਾਰੀ ਤਾ ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿਛੇ ਪਤਲ ਸੱਦੇ ਖਾਓ। ਪਿਛੇ ਕਾਵਾਂ ਨੂੰ ਬੁਲਾ ਕੇ ਹੁਣ ਖਵਾਓ, ਉਹਨਾਂ ਦੇ ਨਿਮਿਤ ਲੰਗਰ ਲਾਓ। ਹੁਣ ਇਹ ਗੱਲ ਸਿਰਫ ਇਹ ਦੱਸੀ ਜਾ ਰਹੀ ਹੈ ਇੱਥੇ ਵੀ ਪਕੜ। ਕਦੀ ਮਾਂ ਦੇ ਨਾਲ ਪਕੜ ਸੀ, ਹੌਲੀ ਹੌਲੀ ਭੈਣਾਂ ਭਰਾਵਾਂ ਨਾਲ ਇਕੱਠੇ ਬੈਠ ਕੇ ਭਰਾ ਰੋਟੀ ਖਾਂਦੇ ਸੀ। ਵੱਡਾ ਹੋਇਆ, ਵਿਆਹਿਆ ਗਿਆ, ਅੱਜ ਪਤਨੀ ਹੈ, ਬੱਚੇ ਨੇ। ਐਸਾ ਨਹੀਂ ਪਤਨੀ ਬੱਚਿਆਂ ਨਾਲ ਤੁਹਾਡਾ ਪਿਆਰ ਨਹੀਂ, ਅਟੈਚਮੈਂਟ ਨਹੀਂ ਚਾਹੀਦੀ, ਪਰ ਅੱਜ ਭਰਾ ਕਿੱਥੇ ਗਿਆ? ਅੱਜ ਭਰਾ ਵੇਖਣਾ ਪਸੰਦ ਵੀ ਨਹੀਂ ਕਰ ਰਿਹਾ। ਕਦੀ ਉਸੇ ਭਰਾ ਦੇ ਨਾਲ ਥਾਲੀ 'ਚ ਬਹਿ ਕੇ ਇੱਕੇ ਥਾਲੀ 'ਚ ਰੋਟੀ ਖਾਂਦਾ ਸੀ, ਇੱਕੋ ਜਿਹੇ ਕੱਪੜੇ ਪਾਉਂਦੇ ਸੀ।
ਅੱਜ ਭਰਾ ਨੂੰ ਵੇਖਣਾ ਪਸੰਦ ਨਹੀਂ ਕਰ ਰਿਹਾ। ਕਿਉਂ? ਕਿਉਂਕਿ ਅੱਜ ਦਰਿਆ ਜ਼ਮੀਨ ਛੱਡ ਚੁੱਕਾ ਹੈ। ਕਦੀ ਮਾਂ ਨਹੀਂ ਸੀ ਘਰ 'ਚ ਦਿਸਦੀ ਤੇ ਅੱਖਾਂ ਗਾੜੀ ਹਨੇਰਾ ਹੁੰਦਾ ਸੀ। ਅੱਜ ਮਾਂ ਇੱਕ ਬੰਨੇ ਨੁੱਕਰ 'ਚ ਬੈਠੀ, ਉਹਨੂੰ ਪੁੱਛਣ ਨੂੰ ਵੀ ਤਿਆਰ ਨਹੀਂ ਕਿ ਮਾਂ ਕਿਸੇ ਦਵਾਈ ਦੀ, ਕਿਸੇ ਮੈਡੀਸਨ ਦੀ ਜ਼ਰੂਰਤ ਹੈ। ਬਾਪ ਨੂੰ ਪੁੱਛਣ ਨੂੰ ਤਿਆਰ ਨਹੀਂ ਹੈ। ਅੰਦਰੋਂ ਹੇਤ ਪਿਆਰ ਮੁੱਕ ਗਿਆ। ਸਾਲਕ ਮੇਤਨ ਰਹਿਓ ਕੋਈ ਮਿੱਤਰਤਾ ਵਾਲਾ ਜੀਵਨ ਦੇ ਵਿੱਚ ਗੁਣ ਰਿਹਾ। ਕਿਉਂਕਿ ਸੰਬੰਧ ਜਦੋਂ ਦੁਸ਼ਮਣਾਂ ਨਾਲ ਜੋੜਿਆ ਤੇ ਦੁਸ਼ਮਣੀ ਵਧਣੀ ਸੀ। ਹੁਣ ਬਾਣੀ 'ਚ ਪੰਜਾਂ ਵਕਾਰਾਂ ਨੂੰ ਦੁਸ਼ਮਣ ਆਖਿਆ ਤੇ ਸਾਡੇ ਮਨ ਦਾ ਸੰਬੰਧ ਪੰਜਾਂ ਵਕਾਰਾਂ ਨਾਲ ਹੈ। ਜਦੋਂ ਮਨ ਦਾ ਸੰਬੰਧ ਪੰਜਾਂ ਵਕਾਰਾਂ ਨਾਲ ਹੈ ਤੇ ਸੰਸਾਰ ਦੇ ਪਰਿਵਾਰਾਂ ਵਿੱਚ ਮਿੱਤਰਤਾ ਹੀ ਕਿੱਥੋਂ ਹੋਣੀ ਸੀ। ਰਾਜਾ ਬਾਲਕ ਨਗਰੀ ਕਾਚੀ ਹੈ। ਇਹ ਰਾਜਾ ਬਾਲਕ ਹੈ, ਮਨ ਰਾਜਾ ਅਣਜਾਣ ਹੈ, ਨਗਰ ਕੱਚਾ ਹੈ। ਦੁਸ਼ਟਾਂ ਨਾਲ ਪਿਆਰ, ਉਹਦਾ ਪਿਆਰ ਦੁਸ਼ਟਾਂ ਨਾਲ ਹੈ। ਜਦੋਂ ਮਨ ਦਾ ਪਿਆਰ ਦੁਸ਼ਟਾਂ ਨਾਲ ਹੈ ਤੇ ਮਨ ਨੇ ਤੇ ਰਿਸ਼ਤੇਦਾਰੀਆਂ ਬਣਾਉਣੀਆਂ ਸੀ। ਮਨ ਹੀ ਤੇ ਕਹਿੰਦਾ ਮੇਰਾ ਨਹੀਂ ਹੁਣ ਦਿਲ ਕਰਦਾ ਉਹਨਾਂ ਨੂੰ ਬੁਲਾਉਣ ਨੂੰ, ਮੈਂ ਨਹੀਂ ਉੱਥੇ ਹੁਣ ਜਾਣਾ, ਜੋ ਮਰਜ਼ੀ ਕਰ ਲੈਣ। ਇੱਦਾਂ ਨਹੀਂ ਕਹਿੰਦਾ ਮਨ। ਜਦੋਂ ਮਨ ਦਾ ਸੰਬੰਧ ਦੁਸ਼ਮਣਾਂ ਨਾਲ ਹੈ ਤੇ ਪਰਿਵਾਰਾਂ 'ਚ ਮਿੱਤਰਤਾ ਕਿੱਥੋਂ ਰਹਿ ਜਾਏਗੀ ਭਲਾ? ਪਰਿਵਾਰਾਂ ਵਿੱਚ ਪਿਆਰ ਮੁਹੱਬਤ ਦੀਆਂ ਗੱਲਾਂ ਕਿੱਥੋਂ ਰਹਿ ਜਾਣਗੀਆਂ? ਹੁਣ ਤੇ ਸ਼ਬਦ ਵਰਤਿਆ ਭਾਈ ਬੰਦੀ ਹੇਤ ਚੁਕਾਇਆ। ਭਾਈ ਬੰਦੀ ਭਰਾਵਾਂ ਸੰਬੰਧੀਆਂ ਦੇ ਅੰਦਰੋਂ ਹੇਤ ਚੁੱਕਿਆ ਗਿਆ, ਮੁੱਕ ਗਿਆ। ਭਾਵ ਅੰਦਰੋਂ ਸੱਚ ਖੰਭ ਲਾ ਕੇ ਉੱਡ ਗਿਆ। ਸੱਚ ਦਾ ਕਾਲ ਪੈ ਗਿਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੇਤਾਲ। ਹੁਣ ਸੱਚ ਦਾ ਕਾਲ ਪੈ ਗਿਆ, ਕੂੜ ਵਰਤ ਗਿਆ, ਕਲ ਕਾਲਕ ਬੇਤਾਲ। ਕਲੇਸ਼ਾਂ ਦੀ ਕਾਲਖ ਨਾਲ ਬੇਤਾਲਾ ਹੋ ਗਿਆ ਬੰਦਾ। ਹੁਣ ਜਦੋਂ ਕੀਰਤਨ ਹੁੰਦਾ ਹੈ, ਜਿਹਨੂੰ ਸੰਗੀਤ ਦੀ ਨੌਲੇਜ ਹੈ, ਜੇ ਮਾੜਾ ਜਿਹਾ ਤਪਲੇ ਵਾਲਾ ਬੇਤਾਲਾ ਹੋ ਜਾਏ ਤੇ ਜਿਹੜਾ ਸੰਗੀਤ ਦੀ ਨੌਲੇਜ ਰੱਖਣ ਵਾਲਾ ਸੰਗਤ ਬੈਠਾ ਨਾ, ਉਹ ਜੱਜਮੈਂਟ ਕਰ ਜਾਂਦਾ ਵੀ ਇਹ ਤਾਲ ਤੋਂ ਖੁੰਝ ਗਏ। ਅੱਜ ਬੰਦਾ ਵੀ ਤਾਲ ਤੋਂ ਖੁੰਝ ਗਿਆ। ਤਾਲ ਸੀ ਸਤ ਸੰਤੋਖ ਦਇਆ ਧਰਮ ਧੀਰਜ। ਇਹ ਬੇਤਾਲਾ ਹੋ ਗਿਆ। ਇਹ ਉਹਨਾਂ ਦੇ ਇਸ਼ਾਰਿਆਂ 'ਤੇ ਨੱਚ ਰਿਹਾ ਜਿਹੜੇ ਇਹਨੂੰ ਆਪਣੀ ਉਂਗਲਾਂ 'ਤੇ ਨਚਾ ਰਿਹਾ। ਦਰ ਛੱਡ ਬੈਠਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੇਤਾਲ। ਬੇਤਾਲਾ ਹੋ ਗਿਆ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੇ ਦਾਲ। ਇੱਕ ਉਹ ਸੀ ਜਿਨ੍ਹਾਂ ਦੇ ਮਨ ਸਾਬਤ ਸੀ, ਉਹਨਾਂ ਨੇ ਬੀਜ ਲਿਆ ਧਰਮ ਦਾ। ਤੇ ਜਿਨ੍ਹਾਂ ਅੰਦਰੋਂ ਸੱਚ ਦਾ ਕਾਲ ਪੈ ਗਿਆ, ਉਹ ਦਾਲ ਬਣ ਗਈ ਉਹਨਾਂ ਦਾ ਜੀਵਨ। ਜਿਵੇਂ ਚਣੇ ਦੇ 2 ਟੋਟੇ ਹੋ ਜਾਣ ਤੇ ਦਾਲ ਬਣ ਜਾਂਦੀ ਹੈ। ਹੁਣ ਦਾਲ ਉਗਦੀ ਥੋੜ੍ਹਾ ਹੈ, ਚਣਾ ਉਗਦਾ ਹੈ। ਜੇ ਇੱਕ ਹੋਏ ਤਾਂ ਉਗਵੇ। ਹੁਣ ਇੱਕ ਤੇ ਰਿਹਾ ਹੀ ਨਾ। ਜੇ ਇੱਕ ਹੁੰਦਾ ਤੇ ਭਾਈ ਬੰਦੀ ਹੇਤ ਚੁਕਾਇਆ ਜਾਣਾ ਸੀ। ਜੇ ਇੱਕ ਹੋਏ ਤਾਂ ਉਗਵੇ। ਜੇ ਇੱਕ ਹੁੰਦਾ ਤੇ ਫਿਰ ਭਰਾ ਤੋਂ ਜਾਨ ਵਾਰਦਾ। ਜੇ ਇੱਕ ਹੁੰਦਾ ਤੇ ਕਿਸੇ ਦੀ ਮਜਾਲ ਕਿਸੇ ਵੀ ਉਂਗਲ 'ਚ। ਜੇ ਇੱਕ ਹੋਏ ਤਾਂ ਉਗਵੇ। ਉਹ ਚਾਰ ਭਰਾਵਾਂ ਨੂੰ ਪਿਓ ਨੇ ਇਹੋ ਹੀ ਆਖਿਆ ਸੀ ਨਾ, ਆ 4 ਸੋਟੀਆਂ ਲੈ ਜਾਓ, ਤੋੜ ਕੇ ਲਿਆਓ। ਉਹ ਜੇ ਇੱਕ ਹੋਏ ਸੀ ਤਾਂ ਤੋੜ ਨਹੀਂ ਸਕੇ, ਤਾਂ ਕੱਲੀ ਤੋੜ ਆਏ। ਜੇ ਇੱਕ ਹੋਏ ਤਾਂ ਉਗਵੇ। ਜੇ ਇੱਕ ਹੋਏਗਾ, ਇੱਕ ਓਂਕਾਰ ਦਾ ਮੀਨਿੰਗ ਇਹ ਸੀ ਵੀ ਇੱਕ ਬਣਨਾ। ਇਹ ਮੈਟਰ ਨਹੀਂ ਕਰਦਾ ਤੁਸੀਂ ਇੱਕ ਓਂਕਾਰ ਦਾ ਕਿੰਨਾ ਪਾਠ ਕਰਦੇ, ਤੁਸੀਂ ਕਿੰਨਾ ਮੂਲ ਮੰਤਰ ਪੜ੍ਹਦੇ ਹੋ। ਬਾਣੀ ਤੁਹਾਡੇ ਰੋਜ਼ਮਰਾ ਦੀ ਜ਼ਿੰਦਗੀ, ਤੁਹਾਡੇ ਵਿਹਾਰ 'ਚੋਂ ਵੇਖੀ ਜਾਣੀ ਹੈ। ਉਸਤਤ ਮਨ ਮੇ ਕਰ ਨਿਰੰਕਾਰ। ਉਸਤਤ ਤਨ, ਅੱਜ ਤਨ ਉਸਤਤ ਕਰ ਰਿਹਾ, ਮਨ ਉਸਤਤ ਨਹੀਂ ਕਰ ਰਿਹਾ। ਜਿੱਦਣ ਮਨ ਉਸਤਤ ਕਰੇਗਾ ਉਦੋਂ ਆ ਮਾਪਦੰਡ ਹੋਏਗਾ। ਕਿਹੜਾ? ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਾਡੇ ਵਿਹਾਰ 'ਚ ਸੱਤ ਆ ਜਾਏਗਾ ਜਦੋਂ ਸਾਡਾ ਮਨ ਉਸਤਤ ਕਰਨ ਲੱਗ ਪਿਆ। ਅਜੇ ਮਨ ਉਸਤਤ ਨਹੀਂ ਕਰ ਰਿਹਾ, ਅਜੇ ਸਿਰਫ ਤਨ ਉਸਤਤ ਕਰ ਰਿਹਾ। ਜ਼ੁਬਾਨ ਉਸਤਤ ਕਰ ਰਹੀ ਹੈ। ਜ਼ੁਬਾਨ ਘੰਟਿਆਂ ਬੱਧੀ ਪਾਠ ਕਰ ਰਹੀ ਹੈ। ਜ਼ੁਬਾਨ ਘੰਟਿਆਂ ਬੱਧੀ ਕਥਾ ਤੇ ਕੀਰਤਨ ਕਰ ਰਹੀ ਹੈ। ਜ਼ੁਬਾਨ ਰਾਮ ਰਾਮ ਕਰਤਾ ਸਭ ਜਗ ਫਿਰੇ ਕਰ ਰਹੀ ਹੈ। ਰਾਮ ਹਰ ਹਰ ਕਰੇ ਨਿਤ ਕਪਟ ਕਮਾਵੇਂ ਕਰ ਰਹੀ ਹੈ। ਅਜੇ ਤਨ ਕਰ ਰਿਹਾ, ਮਨ ਨਹੀਂ ਕਰ ਰਿਹਾ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਜਦੋਂ ਮਨ ਉਸਤਤ ਕਰੇਗਾ ਨਾ, ਉਦੋਂ ਵਿਹਾਰ ਵੀ ਸਹੀ ਹੋਵੇ। ਕਿਉਂਕਿ ਮਨ ਦੀ ਉਸਤਤ ਕੀ ਹੈ? ਸਹੀ ਵਿਹਾਰ ਕਰਨਾ। ਜਦੋਂ ਮਨ ਦੀ ਸਹੀ ਉਸਤਤ ਦਾ ਮਾਪਦੰਡ ਹੀ ਹੋਏਗਾ, ਉਹਦਾ ਵਿਹਾਰ ਸਹੀ ਹੋਏਗਾ। ਜਿੰਨੇ ਰਿਸ਼ਤੇ ਸਾਡੇ ਜੁੜਦੇ ਨੇ ਮਨ ਨਾਲ ਜੁੜੇ ਹੋਏ ਨੇ। ਮਨ ਹੀ ਕਹਿੰਦਾ ਉਹ ਚੰਗਾ। ਮਨ ਸਾਨੂੰ ਇੱਕ ਫਰੇਮ ਬਣਾ ਕੇ ਦਿੰਦਾ ਵੀ ਇਹ 'ਚ ਫਿੱਟ ਆਉਣੇ ਆ ਰਿਸ਼ਤੇ। ਮਨ ਕਹਿੰਦਾ ਉਹ ਚੰਗਾ ਹੈ, ਅਸੀਂ ਉਹਦੇ ਬਾਰੇ ਚੰਗਾ ਸੋਚਦੇ ਹਾਂ। ਮਨ ਕਹਿੰਦਾ ਉਹ ਮਾੜਾ, ਅਸੀਂ ਮਾੜਾ ਸੋਚਦੇ ਹਾਂ। ਵੈਸੇ ਇੱਕ ਬੇਨਤੀ ਕਰਾਂ, ਜਿਹੜਾ ਸਾਡਾ ਅਵਚੇਤ ਮਨ ਹੈ ਨਾ, ਉਹ ਇੰਨਾ ਕਿ ਇਮਾਨਦਾਰ ਹੈ। ਜਿੱਦਾਂ ਦੀ ਜੋਬ ਅਸੀਂ ਉਹਦੀ ਲਾਉਂਦੇ ਉੱਦਾਂ ਦਾ ਉਹ ਵਰਕ ਕਰਦਾ ਹੈ। ਸੁਚੇਤ ਮਨ ਉਹਨੂੰ ਕਹਿੰਦਾ, ਧਿਆਨ ਨਾਲ ਸੁਣਿਓ ਹੁਣ ਗੱਲ ਨੂੰ। ਸੁਚੇਤ ਮਨ ਅਤੇ ਅਵਚੇਤ ਮਨ। ਜਿਹੜਾ ਸੁਚੇਤ ਮਨ ਹੈ ਨਾ, ਉਹ ਕਹਿੰਦਾ ਉਹ ਮਾੜਾ ਹੈ,
ਤੇ ਅਵਚੇਤਨ ਮਨ ਉਸੇ ਕੰਮ ਤੇ ਲੱਗ ਜਾਂਦਾ, ਫਿਰ ਉਹਦੇ ਬਾਰੇ ਮਾੜੀਆਂ ਗੱਲਾਂ ਕੱਢ ਕੇ ਪੁੱਟ ਕੇ ਤੁਹਾਨੂੰ ਲਿਆ ਕੇ ਦਿੰਦਾ ਵੀ ਇੱਥੇ ਵੀ ਮਾੜਾ ਹੈ, ਇੱਥੇ ਵੀ ਮਾੜਾ ਹੈ, ਇੱਥੇ ਵੀ ਧੋਖਾ ਕੀਤਾ ਉਹਨੇ। ਜਦੋਂ ਕਹਿੰਦਾ ਨਹੀਂ ਉਹ ਬਹੁਤ ਚੰਗਾ ਹੈ, ਤੁਸੀਂ ਕਦੀ ਨੋਟ ਕਰਿਓ, ਤੁਸੀਂ ਕਿਸੇ ਰਿਸ਼ਤੇਦਾਰ ਸਾਖ ਸੰਬੰਧੀ ਬਾਰੇ ਚੰਗਾ ਸੋਚਣਾ ਸ਼ੁਰੂ ਕਰੋ, ਤੁਹਾਡੇ ਬ੍ਰੇਨ 'ਚ ਉਹਦੇ ਬਾਰੇ ਚੰਗੀਆਂ ਵਿਚਾਰਾਂ ਆਪਣੇ ਆਪ ਆਉਣ ਲੱਗ ਪਣੀਆਂ। ਕਿਉਂ? ਕਿਉਂਕਿ ਅਵਚੇਤਨ ਮਨ ਤੇ ਨਿਰਵੈਰ ਹੈ ਨਾ, ਉਹਦਾ ਤਾਂ ਕਿਸੇ ਨਾਲ ਕੋਈ ਵੈਰ ਨਹੀਂ ਹੈ। ਤੁਸੀਂ ਉਹਨੂੰ ਡਿਊਟੀ ਲਾਤੀ ਉਹਦੀ, ਤੁਸੀਂ ਵੀ ਇਹਦੇ ਬਾਰੇ ਚੰਗੀਆਂ ਗੱਲਾਂ ਕੱਢ ਕੇ ਲਿਆਓ, ਉਹਨੇ ਚੰਗੀਆਂ ਗੱਲਾਂ ਸਾਰੀਆਂ ਕੱਢ ਕੇ ਤੁਹਾਨੂੰ ਦੇ ਦਿੱਤੀਆਂ। ਤੁਸੀਂ ਹੁਣ ਉਹਦੀ ਡਿਊਟੀ ਲਾਤੀ, ਉਹ ਬਹੁਤ ਭੈੜਾ ਹੈ, ਉਹਨੇ ਬਹੁਤ ਸਾਡੇ ਨਾਲ ਮਾੜਾ ਕੀਤਾ, ਉਹਨੇ ਇਹੋ ਜਿਹਾ ਵਰਕ ਕੀਤਾ, ਉਹਨੇ 2-2 3-3 ਸਾਲ ਕੀ 20-20 ਸਾਲ ਪੁਰਾਣੀਆਂ ਗੱਲਾਂ ਵੀ ਕੱਢ ਕੇ ਤੁਹਾਨੂੰ ਲਿਆ ਕੇ ਦਿੱਤੀਆਂ ਵੀ ਇੱਥੇ ਵੀ ਆਹ ਕੀਤਾ ਸੀ, ਤੁਹਾਡੇ ਦਾਦੇ ਵੇਲੇ ਆਹ ਕੀਤਾ, ਤੁਹਾਡੇ ਪੜਦਾਦੇ ਵੇਲੇ ਆਹ ਕੀਤਾ, ਤੁਹਾਡੇ ਲੱਕੜਦਾਦੇ ਵੇਲੇ ਆਹ ਕੀਤਾ। ਹੁਣ ਤੁਸੀਂ ਅਵਚੇਤਨ ਮਨ ਦੀ ਜਿੱਦਾਂ ਦੀ ਜੋਬ ਲਾਓਗੇ ਉਹਨੇ ਉੱਦਾਂ ਦਾ ਵਰਕ ਕਰਨਾ। ਹੁਣ ਅਵਚੇਤਨ ਮਨ ਤੋਂ ਹੀ ਜਦੋਂ ਆਪਾਂ ਮੋਬਾਈਲ ਲੈਪਟਾਪ ਵੇਖਦੇ ਹੋ, ਉਹ ਇੱਥੋਂ ਹੀ ਤਾਂ ਕਾਢਾਂ ਹੋਈਆਂ ਨੇ। ਹੁਣ ਅਵਚੇਤਨ ਮਨ ਦਾ ਕੀ ਮਤਲਬ ਹੈ? ਉਹ ਵਰਕ ਕਰਦਾ, ਉੱਤੇ ਕੰਮ ਕਰਦਾ। ਅਤੇ ਜਿਹੜਾ ਅਵਚੇਤਨ ਮਨ ਹੈ ਉਹ ਕਦੀ ਰੈਸਟ ਨਹੀਂ ਕਰਦਾ, ਹਮੇਸ਼ਾ ਜਾਗਦਾ ਰਹਿੰਦਾ। ਸੁਚੇਤ ਮਨ ਸਾਡੇ ਨਾਲ ਸੌਂ ਜਾਂਦਾ ਰਾਤ ਨੂੰ, ਪਰ ਅਵਚੇਤਨ ਮਨ ਵਰਕ ਕਰਦਾ, ਉਹ ਹਰ ਵਕਤ ਵਰਕ ਕਰਦਾ। ਜਿੱਦਾਂ ਦੀ ਜੋਬ 'ਤੇ ਤੁਸੀਂ ਉਹਨੂੰ ਲਾਉਣਾ ਚਾਹੁੰਦੇ ਆ, ਉੱਦਾਂ ਦੀ ਜੋਬ 'ਤੇ ਉਹ ਲੱਗ ਜਾਂਦਾ। ਤੁਸੀਂ ਉਹਨੂੰ ਕੋਈ ਚੰਗਾ, ਉਹਨੇ ਤੁਹਾਨੂੰ ਚੰਗਾ ਦੇ ਦੇਣਾ, ਤੁਸੀਂ ਉਹਨੂੰ ਮਾੜੇ ਕੰਮ ਲਾ ਦਿਓ, ਉਹਨੇ ਮਾੜਾ ਕਰ ਦੇਣਾ। ਕਿਉਂਕਿ ਉਹ ਤਾਂ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਥੋੜ੍ਹਾ। ਉਹ ਕਹਿੰਦਾ ਮੈਨੂੰ ਤੂੰ ਹੁਣ ਮੋਬਾਈਲ ਕਦੀ ਕਹਿੰਦਾ ਕਿਸੇ ਨੂੰ ਵੀ ਵੇਖ ਭਾਈ ਤੂੰ ਮੈਨੂੰ ਕੰਪਨੀ ਤੋਂ ਖਰੀਦ ਕੇ ਲੈ ਆਇਆ, ਇਹਦੇ ਵਿੱਚ ਗੰਦ ਕੋ ਭਰੀ ਜਾਂਦਾ। ਉਹ ਕਹਿੰਦਾ ਗੰਦ ਭਰਦੇ ਮੈਂ ਤਾਂ ਵੀ ਸਕਰੀਨ 'ਤੇ ਵਿਖਾ ਦੇਣਾ, ਇਹ 'ਚ ਕੀਰਤਨ ਭਰਦੇ ਮੈਂ ਤੈਨੂੰ ਕੀਰਤਨ ਵਿਖਾ ਦੂੰ, ਮੈਨੂੰ ਤੂੰ ਇਹ 'ਚ ਫਿਲਮ ਭਰਦੇ ਮੈਂ ਫਿਲਮ ਵਿਖਾ ਦੂੰ, ਮੈਂ ਤਾਂ ਤੇਰੇ ਕੋਲ ਆ ਗਿਆ, ਹੁਣ ਮੈਂ ਤਾਂ ਨਿਰਵੈਰ ਹਾਂ। ਮੋਬਾਈਲ ਨੇ ਕਦੀ ਕਿਸੇ ਦੇ ਹੱਥ ਫੜੇ ਨੇ ਵੀ ਆਹ ਕੀ ਕਰਦਾ ਤੂੰ ਇੰਨੇ ਪੈਸੇ ਲਾ ਕੇ ਤੇ ਕੀ ਵੇਖੀ ਜਾਨੂੰ? ਕਹਿੰਦਾ ਮੇਰੀ ਜੋਬ ਹੈ, ਜਿੱਦਾਂ ਦੇ ਬੰਦੇ ਕੋਲ ਆਇਆ ਉੱਦਾਂ ਦਾ ਉਹਨੇ ਮੈਨੂੰ ਵਰਤ ਲੈਣਾ। ਕਿਸੇ ਨੇ ਮੈਨੂੰ ਚੰਗਾ ਵਰਤ ਲਿਆ, ਕਿਸੇ ਨੇ ਮੈਨੂੰ ਮਾੜਾ ਵਰਤ ਲਿਆ। ਬਸ ਇੱਦਾਂ ਚੇਤਾ ਰੱਖਿਓ। ਜਦੋਂ ਸਾਡਾ ਅਵਚੇਤਨ ਮਨ, ਹੁਣ ਜਿਹੜੇ ਬੱਚੇ ਸਟੱਡੀ ਕਰਦੇ ਆ ਨਾ, ਉਹ ਇੱਦਾਂ ਕਰਦੇ ਆ, ਉਹ ਆਪਣੇ ਅਵਚੇਤਨ ਮਨ ਨੂੰ ਇਹ ਗੱਲ ਕਹਿੰਦੇ ਵੀ ਇਸ ਮੁਕਾਮ 'ਤੇ ਪਹੁੰਚਣਾ, ਫਿਰ ਉਹਦਾ ਅਵਚੇਤਨ ਮਨ ਉਹਨੂੰ ਅੰਦਰੋਂ ਤਗੜਾ ਕਰਦਾ। ਉਹ ਕਹਿੰਦਾ ਠੀਕ ਹੈ, ਇਹ ਮੰਜ਼ਿਲ ਹਾਸਲ ਕਰਾਂਗੇ ਆਪਾਂ। ਹੁਣ ਇੱਦਾਂ ਹੀ ਮਰੀਜ਼ ਠੀਕ, ਇੱਦਾਂ ਹੀ ਡਾਕਟਰ ਮਰੀਜ਼ ਨੂੰ ਕਿੱਦਾਂ ਠੀਕ ਕਰਦਾ? ਉਹ ਕਹਿੰਦਾ ਆਪਣੇ ਅਵਚੇਤਨ ਮਨ ਨੂੰ ਰੋਜ਼ ਮੈਸੇਜ ਦੇ ਕਿ ਤੂੰ ਠੀਕ ਹੋ ਰਿਹਾ, ਤੂੰ ਠੀਕ ਹੋ ਰਿਹਾ, ਤੂੰ ਵਧੀਆ ਹੋ ਰਿਹਾ, ਤੂੰ ਅੱਗੇ ਨੂੰ ਤੰਦਰੁਸਤ ਹੈ। ਉਹਨੇ ਤੈਨੂੰ ਤੰਦਰੁਸਤ ਕਰ ਦੇਣਾ ਹੈ, ਕਿਉਂਕਿ ਬੜੀ ਪਾਵਰ ਹੈ ਇਸ ਬ੍ਰੇਨ ਦੇ ਵਿੱਚ, ਐਡੀ ਵੱਡੀ ਪਾਵਰ ਹੈ ਅਵਚੇਤਨ ਮਨ 'ਚ, ਇੰਨੀ ਕੁ ਸ਼ਕਤੀ ਹੈ, ਉਹ ਤੈਨੂੰ ਤਗੜਾ ਕਰ ਸਕਦਾ ਹੈ। ਇਹ ਮਨ ਸ਼ਕਤੀ ਐਵੇਂ ਥੋੜ੍ਹਾ ਆਖਿਆ ਸੀ, ਇਹ ਮਨ ਸੀਓ, ਇਹ मन पंच तत्व को जियो, ये मन ले जो उन्मन रहे तो 3 लोग की बातें कहे। हुण तुसीं सोच के वेखो, जिन्नी विचार मन के बारे गुरु ग्रंथ साहिब गुरु साहब ने की हुई है, असीं उधर गए ही नहीं। असीं तां पाठ ये कर रहे हैं तो जाके हथ जाके ज्योतिषियां पांदे नूं विखा रहे हैं, वो साडे गुट ते धागा बन दिंदे। इत्थों तक हुण वेखो, लड़दा ब्रेन है, धागा गुट ते बद्धा है। लड़दा ब्रेन है तो मुंदरी उन्हें इत्थे पाती भी, आ मुंदरी पा ला तू ठीक हो जाना। सोच के वेखियो तुसीं कित्थों कित्थे पहुँच गए सी। हुण इत्थे शब्द वरतिया, भाई बंदी हेत चुकाया, दुनिया कारण दीन गवाया। दुनिया कारण दीन दे नन्ने नूं औंकड़ है। तुहाडे चों जिहड़े बाणी पढ़न वाले गुरमुख प्यारे घरां च बैठे ने, दीन दे जदों नन्ने नूं औंकड़ आउंदा है ना, उहदा अर्थ धर्म है, मजहब है। बाणी जिथे भी दीन शब्द, हुण जदों बाणी च आउंदा दीन दयाल भरोसा तेरे, उत्थे दीन दे नन्ने नूं कोई मात्रा नहीं लगी। तुसीं पढ़ लिओ भावें अपने पोथियां घरां च होणीआं तुहाडे, उत्थे दीन दा नन्ना मुक्ता है, क्योंकि उत्थे दीन दा अर्थ दीना उत्ते दया करन वाले, जिवें आ दीन है, ये निमाणा है। पर इत्थे दीन दा अर्थ की है? धर्म। जदों असीं पढ़दे हां दीन विसारिओ रे दीवाने, दीन विसारिओ रे, भगत कबीर दा शब्द है 1105 अंक के उत्ते मारू राग दे विच 1105 नंबर अंक ते भगत कबीर का शब्द है दीन विसारे। उत्थे भी दीन दे नन्ने नूं औंकड़ है, दीन मैनूं धर्म। हुण जिहड़े लोग ये कहिंदे आ, ध्यान नाल सुणिओ इस गल नूं भी धर्म जरूरी है, साडा तां धर्म तो विश्वास उठ गया। आ जिहड़े धर्म नूं बया कही जांदे आ, माफ़ करना उन्हां नूं धर्म दी ABC भी नहीं आउंदी। धर्म है की है? तुसीं बंदे दी जिंदगी चों धर्म बाहर कढ दिओ, ये तो पशुओं नालों खतरनाक है। सप भी उन्ना जरीला नहीं जिन्ना बंदा जरीला है। सप नूं तो पटारी च पालोगे तो पटारी च भी नहीं पैंदा, शेर नूं तो पिंजरे च पालोगे तो पिंजरे च भी नहीं पैंदा, तो पिंजरे तोड़न वाला है। शेर जिन्ना मर्जी ताकतवर जंगल का राजा होवे, उहनूं भी अगला पिंजरे च पा लैंदा है। पर जदों ये किते धर्म तो खाली हुंदा ना,
ਇਹ ਤਾਂ ਪਿੰਜਰੇ 'ਚ ਨਹੀਂ ਪੈਂਦਾ। ਇਹ ਤਾਂ ਆਪਣੇ ਪਿਓ ਨੂੰ ਪਿੰਜਰੇ 'ਚ ਪਾਉਂਦਾ, ਪਾਇਆ ਨਹੀਂ ਔਰੰਗਜ਼ੇਬ ਵਰਗਿਆਂ ਨੇ, ਭਰਾਵਾਂ ਨੂੰ ਨਹੀਂ ਪਿੰਜਰੇ 'ਚ ਪਾਇਆ। ਇਹ ਤਾਂ ਖਤਰਨਾਕ ਚੀਜ਼ ਹੈ ਜਦੋਂ ਇਹਦੇ 'ਚੋਂ ਧਰਮ ਖੰਭ ਲਾ ਕੇ ਉੱਡ ਗਿਆ। ਚੂਕਾ ਭਾਰਾ ਕਰਮ ਕਾ ਹੋਏ ਨੇ ਕਰਮਾ, ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾ। ਚੂਕਾ ਭਾਰਾ ਕਰਮ ਕਾ, ਗੁਰੂ ਸਾਹਿਬ ਦਾ ਵਾਕ ਹੈ, ਚੂਕਾ ਭਾਰਾ ਕਰਮ ਦਾ। ਚੂਕਾ ਭਾਰਾ ਕਰਮ ਦਾ ਅਰਥ ਹੈ ਜਿਹੜੇ ਅੰਦਰ ਕਰਮ ਕਾਂਡ ਟਿਕੇ ਹੋਏ ਸੀ ਉਹ ਜੀਵਨ 'ਚੋਂ ਨਿਕਲ ਗਏ। ਚੂਕਾ ਭਾਰਾ ਕਰਮ ਕਾ ਹੋਏ ਨੇ ਕਰਮਾ, ਉਹਨਾਂ ਕਰਮ ਕਾਂਡਾਂ ਤੋਂ ਰਹਿਤ ਹੋ ਗਿਆ। ਸਾਗਰ ਤੇ ਕੰਢੇ ਚੜੇ, ਜਿਹੜਾ ਮੈਂ ਭਵ ਸਾਗਰ 'ਚ ਡੁੱਬ ਰਿਹਾ ਸੀ ਨਾ, ਗੁਰੂ ਨੇ ਮੈਨੂੰ ਲਿਆ ਕੇ ਕੰਢੇ ਚਾੜਤਾ। ਗੁਰ ਕੀਨੇ ਧਰਮਾ। ਤੇ ਧਰਮ ਦਾ ਅਰਥ ਕੀ ਹੈ? ਭਲਾ ਕਰਨਾ। ਧਰਮ ਦਾ ਮੀਨਿੰਗ ਕੀ ਹੈ? ਭਲਾ ਕਰਨਾ। ਧਰਮ ਦੀ ਡੈਫੀਨੇਸ਼ਨ ਕੀ ਹੈ? ਭਲਾ ਕਰਨਾ। ਹੁਣ ਜਿਹੜੇ ਬੰਦੇ ਕਹਿੰਦੇ ਧਰਮ ਜ਼ਰੂਰੀ ਹੈ, ਉਹਨੂੰ ਇਹ ਸਵਾਲ ਕਰੋ ਵੀ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਨਾਲ ਕੋਈ ਬੁਰਾ ਕਰੇ? ਕਹਿੰਦਾ ਨਹੀਂ, ਤੇ ਕਹਿੰਦਾ ਫਿਰ ਇਹੋ ਤਾਂ ਧਰਮ ਹੈ। ਜਿਹੜਾ ਵੀ ਕੁਐਸਚਨ ਬੰਦਾ ਤੁਹਾਨੂੰ ਇਹ ਕਰਦਾ ਨਾ ਵੀ ਧਰਮ ਜ਼ਰੂਰੀ ਹੈ ਜੀ, ਉਹਨੂੰ ਇਹ ਸਵਾਲ ਪੁੱਛੋ ਕਿ ਭਾਈ ਇਹ ਦੱਸ ਵੀ ਤੂੰ ਚਾਹੁੰਦਾ ਹੈ ਵੀ ਤੂੰ ਗੱਡੀ ਬਾਹਰ ਡੱਕੀ ਹੋਵੇ ਤੇ ਕੋਈ ਚੋਰੀ ਕਰਕੇ ਲੈ ਜਾਏ, ਤੇਰੇ ਘਰ ਕੋਈ ਤੇਰੇ ਨਾਲ ਕੋਈ ਤੂੰ ਕਿਸੇ ਸ਼ੌਪ ਤੋਂ ਸਮਾਨ ਲੈਣ ਜਾਵੇਂ, ਦੁਕਾਨ ਤੋਂ, ਅਗਲਾ ਪੈਸੇ ਵੱਧ ਲੈ ਲੈ, ਸਮਾਨ ਤੈਨੂੰ ਮਾੜਾ ਦੇਵੇ, ਤੂੰ ਚਾਹੁੰਦਾ? ਕਹਿੰਦਾ ਨਹੀਂ। ਤੂੰ ਚਾਹੁੰਦਾ ਤੇਰੇ ਨਾਲ ਲੋਕ ਬੁਰਾ ਕਰਨ ਕਿ ਭਲਾ ਕਰਨ? ਕਹਿੰਦਾ ਨਹੀਂ, ਮੈਂ ਚਾਹੁੰਦਾ ਭਲਾ ਕਰਨ। ਕਹਿੰਦੇ ਫਿਰ ਇਹੋ ਹੀ ਧਰਮ ਹੀ। ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾ, ਆਹ ਹੈ ਧਰਮ। ਆਹ ਧਰਮ ਦੀ ਡੈਫੀਨੇਸ਼ਨ ਹੈ। ਗੁਰੂ ਨੇ ਬੁਰਾਈ ਦੇ ਸਾਗਰ 'ਚ ਡੁੱਬਰਿਆਂ ਨੂੰ ਕੰਢੇ ਚਾੜਤਾ। ਇਹ ਸਭ ਤੋਂ ਵੱਡਾ ਗੁਰੂ ਦਾ ਭਲਾਈ ਵਾਲਾ ਕੰਮ ਸੀ, ਨੇਕ ਕੰਮ ਸੀ, ਧਰਮ ਵਾਲਾ ਕੰਮ ਸੀ। ਹੁਣ ਜਿਹੜੀ ਧਰਮ ਦੀ ਡੈਫੀਨੇਸ਼ਨ ਵਿਪਰ ਨੇ ਦਿੱਤੀ ਸੀ, ਅਸੀਂ ਉਹਨੂੰ ਜਦੋਂ ਵੇਖਦੇ ਹਾਂ ਉਹ ਤੋਂ ਵਿਸ਼ਵਾਸ ਉੱਠਿਆ ਲੋਕਾਂ ਦਾ। ਉਹ ਧਰਮ ਥੋੜ੍ਹਾ ਸੀ, ਉਹ ਤਾਂ ਧਰਮ ਦੇ ਨਾਂ 'ਤੇ ਕੀਤੀ ਜਾ ਰਹੇ ਕਰਮ ਧਰਮ ਸੀ। ਉਹ ਧਰਮ ਦੇ ਨਾਂ 'ਤੇ ਕੀਤੀ ਜਾ ਰਹੇ ਕਰਮ ਸੀ। ਧਰਮ ਕਦੀ ਬਿਆਨ ਨਹੀਂ ਹੁੰਦਾ। ਧਰਮ ਦੇ ਨਾਂ 'ਤੇ ਕੀਤੀ ਜਾ ਰਹੇ ਕਰਮ ਕਾਂਡ ਜਿਹੜੇ ਉਹ ਸਤਿਆਨਾਸ਼ ਮਨਾਉਂਦੇ ਬੰਦੇ ਦੇ। ਕਰਮ ਧਰਮ पाखंड जो दिसै तिन जम जागाती लूटै, निर्वाण कीर्तन गावो करते का निमुक सिमर जित छूटै। दीन विसारे उरे दीवाने। हुण इत्थे शब्द वरतिया दुनिया कारण। दुनिया कारण का अर्थ की है? इन्हां दुनिया की खातर ये विषयां वकारां दे विच पै के दीन गवाया, बंदे ने अपना धर्म ही गवा लिया। हुण बंदे चों धर्म बाहर कढ़ दिओ, बंदे चों चंगियाई बाहर कढ़ दिओ, तो दस्सो इहनूं बंदा कहू कौन? इसे नूं वेख के ते गुरुदेव ने कहा सी करतूत पशु की मानस जात, लोक पचारा करे दिन रात। भगत कबीर जी कहते दीन विसारे रे दीवाने। हे पागल बंदिया, तू दीन विसारता, धर्म जिंदगी चों बाहर कढ़ता, भलाई काम छड्डते, भले काम जिंदगी चों बाहर कढ़ते। दीन विसारे रे दीवाने, दीन विसारे रे पेट भरिओ पशुआ ज्यों सोयो। बस खाण पीण ही रह गया, जिवें पशु पेट भर के खा के सौ जांदा, फूका मारदा, तो भलाई तेरी जिंदगी चो परोपकार जिंदगी चो निकल गया तेरे। पेट भरिओ पशुआ जो सोयो, मनुख जन्म है हारिओ। मनुखा जन्म तू अपनी जिंदगी का इदां हार दिता जिवें लोग जूए दे विच अपणियां जायदादां हार जांदे आ। मनुखा जन्म हारे का मतलब की सी भला? भी हैगा तू मनुख सी पर तू धर्म छड्ड बैठा तो मनुखा जन्म आपे हारिया गया। तू तो पशुओं की किता भी हैगा तू मनुख सी पर काम तू पशुओं नालों भी भैड़े कर लग पिया, आपे हारिया गया मनुखा जन्म। मनुख जन्म है हारिओ। साध संगत कबू नहीं कीनी। साध कौन है? गुरु शब्द ज्ञान संगत, ओदी संगत नहीं की, किहने नहीं की? मन ने, क्योंकि धर्म का संबंध ही मन नाल है। मन ही चंगियाई वाले बने तुरदा, मन ही बुराई वाले बने तुरदा। साध संगत, साध संगत किहने करनी? मरने तन तां लैके जांदा, संगत ते मन ने करनी है। इस नूं आखदे गुर सभाए ना पाईए, ना नेड़े ना दूर, नानक सतगुर तां मिले जां मन रहे हदूर। स्टूडेंट ते बच्चे का मन ही बनता है। शरीर तो स्कूले जाता पर स्टूडेंट तो मन है। स्टडी तो मन ने करनी है। मन विकास करता है, मन सीखता है। पेट भरिओ पशुआ जो सोयो, मनुख जन्म है हारिओ। साध संगत, साध कौन है? गुरु। महिमा साधु संग की सुनो मेरे मीता, मैल खोई कोट अग हरे निर्मल पहचीता। सागर तरिया साधु संगे। गुरु का शब्द, गुरु की सिक्ख्या ज्ञान, ये साधु है। साध संगत, मन ने साध संगत नहीं की, कबू नहीं कीनी। रचिओ धंधे झूठ। हुण जदों
ਗੁਰੂ ਦੀ ਸੰਗਤ ਨਹੀਂ ਕਰੇਗਾ ਤਾਂ ਫਿਰ ਝੂਠਿਆਂ ਧੰਦਿਆਂ 'ਚ ਹੀ ਪਵੇਗਾ। ਝੂਠੇ ਧੰਦੇ ਕਿਹੜੇ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਦੇ ਇਸ਼ਾਰਿਆਂ ਤੇ ਨੱਚਦਾ। ਝੂਠੇ ਧੰਦੇ ਦਾ ਅਰਥ ਇਹ ਨਹੀਂ ਹੈ ਦੁਕਾਨਾਂ ਕਰਨੀਆਂ ਝੂਠੇ ਧੰਦੇ ਨੇ, ਬਿਜ਼ਨਸ ਵਪਾਰ ਕਰਨਾ ਝੂਠੇ ਧੰਦੇ ਨੇ, ਫੈਕਟਰੀਆਂ, ਕਾਰੋਬਾਰ। ਜੇ ਇਹ ਝੂਠੇ ਧੰਦੇ ਹੁੰਦੇ ਤੇ ਗੁਰੂ ਰਾਮਦਾਸ ਜੀ 52 ਕਿੱਤਿਆਂ ਦੇ ਵਪਾਰੀ ਵਸਾ ਕੇ ਫਿਰ ਉਹਨਾਂ ਨੂੰ ਝੂਠੇ ਧੰਦਿਆਂ 'ਚ ਪਾ ਰਹੇ ਸੀ ਮਹਾਰਾਜ। ਜੇ ਬਿਜ਼ਨਸ ਵਪਾਰ ਕਰਨਾ ਝੂਠੇ ਧੰਦੇ ਹੁੰਦੇ ਤੇ ਗੁਰੂ ਸਾਹਿਬ ਫਿਰ ਆਪਣੇ ਜੀਵਨ ਦੇ ਵਿੱਚ ਕਿਸੇ ਨੂੰ ਕਾਰੋਬਾਰ ਕਰਨਾ ਸਿਖਾਉਂਦੇ? ਘੋੜਿਆਂ ਦੇ ਵਪਾਰ ਸ਼ੁਰੂ ਕੀਤੇ ਮਹਾਰਾਜ ਨੇ, ਖੇਤੀ ਆਪ ਕੀਤੀ, ਕਰਕੇ ਵਿਖਾਈ, ਬਿਜ਼ਨਸ ਵਪਾਰ ਕਰਨੇ ਸਿਖਾਏ ਗੁਰੂ ਸਾਹਿਬ ਜੀ ਨੇ। ਲੋਕਾਂ ਨੂੰ ਦੱਸਿਆ ਵੀ ਇੱਦਾਂ ਤੁਸੀਂ ਬਿਜ਼ਨਸ ਵਪਾਰ ਕਰ ਸਕਦੇ ਹੋ। ਸਾਡੇ ਇੱਥੇ ਸਟੇਜਾਂ 'ਤੇ ਬਹਿ ਕੇ ਝੂਠੇ ਧੰਦੇ ਨਾਲ ਨਹੀਂ ਜਾਣੇ। ਸਵਾਲ ਪੈਦਾ ਹੁੰਦਾ ਵੀ ਝੂਠਾ ਧੰਦਾ ਹੈ ਕਿਹੜਾ? ਜੇ ਦੁਨੀਆ 'ਤੇ ਇਹ ਸਾਰੇ ਕਾਰੋਬਾਰ, ਬਿਜ਼ਨਸ ਵਪਾਰ, ਇਹ ਧੰਦੇ ਝੂਠੇ, ਸੰਸਾਰ ਚੱਲੂ ਕਿੱਦਾਂ? ਤਨ 'ਤੇ ਕੱਪੜਾ ਪਾਉਣਾ ਹੈ, ਪੈਰ ਤੁਸੀਂ ਜੁੱਤੀ ਜੋੜਾ ਪਾਉਣਾ ਹੈ, ਖਾਣ ਲਈ ਖੁਰਾਕ ਚਾਹੀਦੀ ਹੈ। ਗੁਰਦੇਵ ਨੇ ਤਾਂ ਵਪਾਰ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਮਨੁੱਖ ਨੂੰ, ਐਗਜ਼ੈਂਪਲਾਂ ਦੇ ਕੇ ਸਮਝਾਇਆ ਸਾਨੂੰ। ਹੁਣ ਝੂਠਾ ਧੰਦਾ ਕਿਹੜਾ ਸੀ? ਝੂਠਾ ਧੰਦਾ ਹੈ ਮਨ ਝੂਠੇ ਧੰਦੇ ਕਰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਝੂਠੇ ਧੰਦੇ, ਇਹ ਦਰ ਤੇ ਨੱਚਦਾ ਇਹਨਾਂ ਦੇ ਪਿੱਛੇ ਲੱਗ ਕੇ। ਤੇ ਹੋਇਆ ਕੀ ਫਿਰ? ਝੂਠੇ ਧੰਦੇ ਕਰਨ ਕਰਕੇ ਹੋਇਆ ਕਿ ਸਵਾਨ, ਕੁੱਤਾ, ਸੂਕਰ, ਸੂਰ, ਬਾਇਸ, ਕਾਂ, ਤਿੰਨ ਗੱਲਾਂ ਆ ਗਈਆਂ ਨਾ, ਸਵਾਨ, ਸੂਕਰ, ਬਾਇਸ। ਬਾਇਸ ਕਹਿੰਦੇ ਕਾਂ ਨੂੰ, ਭਟਕਤ ਚਾਲੇ ਊਠ। ਇਹਨਾਂ ਤਿੰਨਾਂ ਦੀ ਤਰ੍ਹਾਂ, ਕਾਂ ਦੀ ਤਰ੍ਹਾਂ, ਕੁੱਤੇ ਦੀ ਤਰ੍ਹਾਂ, ਸੂਰ ਦੀ ਤਰ੍ਹਾਂ ਭਟਕਦਾ ਹੋਇਆ ਜਗਤ ਤੋਂ ਤੁਰ ਗਿਆ। ਭਾਵ ਭਟਕੀ ਜਾਂਦਾ। ਜਿਵੇਂ ਇਹ ਤਿੰਨੇ ਕਿਉਂ ਸ਼ਬਦ ਵਰਤੇ ਥੇ? ਕੁੱਤਾ ਵੀ ਦਰ ਤੇ ਤੁਰਿਆ ਫਿਰਦਾ, ਸੂਰ ਗੰਦਗੀ ਖਾਂਦਾ, ਕਾਂ 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 ਕਰੀ ਜਾਂਦਾ, ਕਊਆ ਮਲਮਲ ਨਹਾਵੇ। ਕੱਲਰ ਕੇਰੀ ਛਪੜੀ, ਕਊਆ ਮਲਮਲ ਨਹਾਏ। ਜਿਹੜਾ ਕੱਲਰ ਦੀ ਛਪੜੀ 'ਚ, ਕਲਰਾਠੀ ਛਪੜੀ ਵਿੱਚ, ਮੈਲੀ ਛਪੜੀ 'ਚ ਕਾਂ ਰੀਝਾਂ ਨਾਲ ਨਹਾਉਂਦਾ ਹੈ। ਇੱਥੇ ਕਾਂ ਕੌਣ ਹੈ? ਬੰਦੇ ਦਾ ਮਨ। ਹੁਣ ਇੱਥੇ ਦੀਨ ਸ਼ਬਦ ਵਰਤੇ, ਧਿਆਨ ਨਾਲ ਸੁਣਿਓ। ਹੁਣ ਕਿੰਨੇ ਪਿਆਰੇ ਸ਼ਬਦ ਇੱਥੇ ਵਰਤੇ ਨੇ। ਭਗਤ ਕਬੀਰ ਦਾ ਬੜਾ ਪਿਆਰਾ ਇੱਕ ਬਚਨ ਹੋਰ ਵੀ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉ। ਉੱਥੇ ਵੀ ਦੀਨ ਦੇ ਨੰਨੇ ਨੂੰ ਔਂਕੜ ਲੱਗਾ ਹੈ, ਇੱਥੇ ਵੀ ਦੀਨ ਦੇ ਨੰਨੇ ਨੂੰ ਔਂਕੜ ਹੈ। ਤਿੰਨ ਤੁਹਾਡੇ ਸਾਹਮਣੇ ਮੈਂ ਐਗਜ਼ਾਮਪਲਾਂ ਦਿੱਤੀਆਂ। 1105 ਨੰਬਰ ਅੰਕ 'ਤੇ, 1105 ਨੰਬਰ ਅੰਕ 'ਤੇ ਮਾਰੂ ਰਾਗ ਦੇ ਵਿੱਚ ਵੀ, ਅਤੇ ਇੱਥੇ ਆਪਾਂ ਜਿਹੜਾ ਸ਼ਬਦ ਪੜ੍ਹਿਆ ਹੁਣੇ 1410 ਅੰਕ ਦੇ ਉੱਤੇ, ਉੱਥੇ ਵੀ ਦੀਨ ਸ਼ਬਦ ਵਰਤੇ ਹੈ, ਉੱਥੇ ਵੀ ਨੰਨੇ ਨੂੰ ਔਂਕੜ ਹੈ। ਫਿਰ ਇਸ ਤੋਂ ਬਾਅਦ ਜਦੋਂ ਆਪਾਂ 1365 ਨੰਬਰ ਅੰਕ 'ਤੇ ਸਲੋਕ ਆਉਂਦੇ ਭਗਤ ਕਬੀਰ ਦੇ, 1365 ਅੰਕ 'ਤੇ ਸਲੋਕ ਨੰਬਰ 13, ਭਗਤ ਕਬੀਰ ਦੇ ਸਲੋਕਾਂ ਵਿੱਚੋਂ ਸਲੋਕ ਨੰਬਰ 13 'ਚ ਕਬੀਰ ਦੀਨ ਗਵਾਇਆ ਦੁਨੀ ਸਿਉ, ਉੱਥੇ ਵੀ ਦੀਨ ਦੇ ਨੰਨੇ ਨੂੰ ਔਂਕੜ ਲੱਗਾ ਹੋਇਆ ਹੈ। ਦੀਨ ਦਾ ਮਤਲਬ ਹੈ ਧਰਮ। ਧਰਮ ਮੀਨਿੰਗ ਭਲਾਈ ਕਰਨੀ, ਭਲਾ ਕਰਨਾ, ਪਰਉਪਕਾਰ ਕਰਨਾ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨੇ ਹੀ ਧਰਮ ਹੈ ਸਭ ਤੋਂ ਵੱਡਾ। ਹੁਣ ਜਿਹੜੇ ਸਵਾਲ ਕਰਦੇ ਨਾ ਵੀ ਸਾਡਾ ਧਰਮ ਤੋਂ ਵਿਸ਼ਵਾਸ ਉੱਠ ਗਿਆ ਜੀ, ਕੀ ਧਰਮ ਜ਼ਰੂਰੀ ਹੈ, ਉਹਨਾਂ ਨੂੰ ਕੁਐਸਚਨ ਇਹ ਕਰਿਆ ਕਰੋ, ਕੀ ਤੁਸੀਂ ਚਾਹੁੰਦੇ ਹੋ ਵੀ ਲੋਕ ਤੁਹਾਡੇ ਨਾਲ ਠੱਗੀ ਮਾਰਨ? ਕਹਿੰਦਾ ਨਹੀਂ। ਉਹਨੂੰ ਕਹੋ ਤੁਸੀਂ ਚਾਹੁੰਦੇ ਹੋ ਵੀ ਲੋਕ ਤੁਹਾਡੇ ਨਾਲ ਇਮਾਨਦਾਰੀ ਵਾਲਾ ਸੌਦਾ ਕਰਨ? ਹਾਂਜੀ। ਕਹਿੰਦੇ ਇਹੋ ਹੀ ਧਰਮ ਹੈ। ਅੱਛਾ, ਲੋਕ ਤੁਸੀਂ ਚਾਹੁੰਦੇ ਹੋ ਵੀ ਅਗਲਾ ਤੁਹਾਡੇ ਨਾਲ ਭਲਾਈ ਕਰੇ ਤੇ ਫਿਰ ਤੁਸੀਂ ਵੀ ਉਹਦੇ ਨਾਲ ਕਰੋ। ਇਹ ਹਾਰੇ ਹੋਏ ਲੋਕਾਂ ਨੇ ਕੱਢੀਆਂ ਹੋਈਆਂ ਕਾਢਾਂ ਵੀ ਨੇਕੀ ਕਰਕੇ ਜਿਹੜੇ ਆ ਉਹ ਜੂਤੇ ਖਾਣੇ ਆ। ਵਿਖਿਆ ਦੁਕਾਨਾਂ ਉੱਤੇ ਲਿਖਿਆ ਨਾ, ਨੇਕੀ ਕਰ ਜੂਤੇ ਖਾ, ਮੈਂ ਵੀ ਖਾਧੇ ਤੂੰ ਵੀ ਖਾ। ਇਹ ਹਾਰੇ ਹੋਏ ਲੋਕਾਂ ਦੀਆਂ ਕਾਢਾਂ ਨੇ, ਇਹ ਗੁਰਮਤ ਨਹੀਂ ਹੈਗੀ ਵੀ ਮੈਂ ਨੇਕ ਕੰਮ ਕੀਤਾ ਅਤੇ ਮੈਨੂੰ ਤਾਂ ਜੁੱਤੀਆਂ ਪਈਆਂ ਹੁਣ ਤੂੰ ਵੀ ਖਾ। ਗੁਰੂ ਸਾਹਿਬ ਜੀ ਨੇ ਪਰਉਪਕਾਰ, ਸਾਨੂੰ ਇੱਥੇ ਭਗਤ ਪੂਰਨ ਸਿੰਘ ਦੀਆਂ ਉਦਾਹਰਨਾਂ ਦਿੰਦੇ ਹਾਂ। ਭਾਈ ਤਾਰੂ ਸਿੰਘ ਨੇਕ ਕੰਮ ਹੀ ਕਰ ਰਿਹਾ ਸੀ, ਖੇਤੀ ਕਰਕੇ ਲੋਕਾਂ ਤੱਕ ਰੋਟੀਆਂ ਲੈ ਕੇ ਪਹੁੰਚਾ ਰਿਹਾ ਸੀ। ਇਹਦਾ ਮਤਲਬ ਉਹ ਜਿਹੜੇ ਲੋਕ ਇੱਦਾਂ ਦੀਆਂ ਆਪਣੀਆਂ ਦੁਕਾਨਾਂ 'ਤੇ ਲਿਖ ਕੇ ਲਾ ਕੇ ਬੈਠੇ ਆ, ਇਹਦਾ ਅਰਥ ਲੋਕਾਂ ਨੂੰ ਇਹ ਦੱਸਣਾ ਕਿਤੇ ਖੂੰਖਾਰ ਬਣ ਜਾਓ ਵੀ ਭਲਾ ਨਾ ਕਰਿਓ ਕਿਸੇ ਦਾ। ਜੇ ਉਹ ਬਿਸ਼ੂ ਵਾਲੀ ਕਹਾਣੀ ਆਉਂਦੀ ਹੈ ਵੀ ਇੱਕ ਬੰਦਾ ਗਿਆ ਇੱਦਾਂ ਦਰਿਆ ਦੇ ਕੰਢੇ 'ਤੇ, ਉੱਥੇ ਇੱਕ ਬਿਸ਼ੂ ਉਹਨੂੰ ਬਾਹਰ ਕੱਢਦਾ ਸੀ, ਉਹ ਡੰਗ ਮਾਰਦਾ ਸੀ, ਉਹਨੂੰ ਬਾਹਰ ਕੱਢਦਾ ਸੀ, ਡੰਗ ਮਾਰਦਾ ਸੀ। ਇੱਕ ਬੰਦਾ ਲਾਗੇ ਉਹਦੇ ਲੰਘਿਆ, ਕਹਿੰਦਾ ਕੀ ਕਰਦਾ ਹੈ? ਕਹਿੰਦਾ ਇਹਨੂੰ ਬਾਹਰ ਕੱਢ ਰਿਹਾ ਇਹਨੂੰ ਮੈਂ। ਕਹਿੰਦਾ ਤੈਨੂੰ ਡੰਗ ਮਾਰਦਾ। ਕਹਿੰਦਾ ਉਹ ਬਿਸ਼ੂ ਹੋ ਕੇ ਆਪਣਾ ਸੁਭਾਅ ਨਹੀਂ ਛੱਡਦਾ ਅਤੇ ਮੈਂ ਤਾਂ ਚੰਗਾ ਬੰਦਾ ਹਾਂ, ਮੈਂ ਆਪਣਾ ਸੁਭਾਅ ਕਿਉਂ ਛੱਡਾਂ? ਅਤੇ ਲੱਗਦਾ ਨਹੀਂ ਅੱਜ ਲੋਕ ਬਿਸ਼ੂਆਂ ਦੇ ਪਿੱਛੇ ਲਾ ਕੇ ਆਪਣਾ ਸੁਭਾਅ ਛੱਡ ਕੇ ਬੈਠੇ। ਇਹ ਨਿੱਕੇ ਨਿੱਕੇ ਪ੍ਰਤੀਕ ਸਾਡੇ ਵਾਸਤੇ ਇਹ ਹਾਰੇ ਹੋਏ ਲੋਕਾਂ ਦੀਆਂ ਨਿਸ਼ਾਨੀਆਂ। ਅਗਲਾ ਬੁਰਾਈ ਕਰੀ ਜਾਵੇ, ਤੁਸੀਂ ਆਪਣੇ ਨੂੰ ਨੇਕ ਕੰਮ ਕਰੋ, ਇੱਕ ਦਿਨ ਉਹਦੀ ਬੁਰਾਈ ਟੁੱਟੇਗੀ, ਅਵੱਸ਼ ਟੁੱਟੇਗੀ। ਇੱਥੇ ਵੱਡੇ ਵੱਡੇ ਚੋਰ ਬਦਲਦੇ ਵੇਖੇ ਗੁਰਮਤ ਵਿੱਚ, ਵੱਡੇ ਵੱਡੇ ਚੋਰ ਜਿਹੜੇ ਕਦੀ ਮੱਝਾਂ ਚੋਰੀਆਂ ਕਰਦੇ ਸੀ ਪਰਉਪਕਾਰੀ ਬਣ ਗਏ। ਬੜੇ ਲੋਕ ਸੀ ਜਿਹੜੇ ਠੱਗੀਆਂ ਬੇਈਮਾਨੀਆਂ ਕਰਦੇ ਸੀ। ਬਹੁਤ ਲੋਕ ਸੀ ਜਿਹੜੇ ਲੋਕਾਂ ਦੀਆਂ ਜੇਬਾਂ 'ਚ ਹੱਥ ਪਾ ਕੇ ਪੈਸੇ ਕੱਢਦੇ ਸੀ, ਅੱਜ ਡਿੱਗੇ ਫੜ ਕੇ ਫੜਾ ਰਹੇ ਹੋਣਗੇ। ਕਿੰਨਿਆਂ ਦੇ ਜੀਵਨ ਬਦਲੇ ਹੋਣਗੇ। ਕਿਉਂਕਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ।
ਬਹੁਤ ਪਰਿਵਾਰਾਂ ਦੇ ਸਾਨੂੰ ਵੀ ਫੋਨ ਆਉਂਦੇ ਆ ਵੀ ਪਹਿਲੇ ਪੁੱਤਰ ਦਾ ਆਨੰਦ ਕਾਰਜ ਕੀਤਾ, ਗੱਡੀ ਮੰਗ ਕੇ ਲਈ, ਇਸ ਪੁੱਤਰ ਦੇ ਆਨੰਦ ਕਾਰਜ ਵੇਲੇ ਦਾਜ ਦੇ ਰਹੇ ਸੀ, ਖੁਦ ਹੀ ਨਹੀਂ ਲਿਆ। ਕਿਉਂ? ਮਨ ਬਦਲ ਗਿਆ। ਹੁਣ ਇਹ ਕਹੀਦਾ ਸਰਦਾਰ ਸਾਹਿਬ ਇਹ ਜਿਹੜੇ ਸਾਨੂੰ ਪੈਸੇ ਦੇਣੇ ਗੱਡੀ ਵਾਸਤੇ ਆਪਣੇ ਪਰਿਵਾਰ ਲਈ ਲਓ, ਤੁਸੀਂ ਵੀ ਆਪਣੇ ਪਰਿਵਾਰ ਸਾਰਾ ਕਾਰ 'ਤੇ ਜਾਇਆ ਕਰੋ। ਬਦਲੇ ਹੈ ਨਾ ਮਨ। ਬਾਣੀ ਬੰਦੇ ਦਾ ਬ੍ਰੇਨ ਚੇਂਜ ਕਰਦੀ ਹੈ, ਬੰਦੇ ਦੀ ਸੁਰਤ ਚੇਂਜ ਕਰਦੀ ਹੈ, ਬਦਲਦੀ ਹੈ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੀਨ ਗਵਾਤਾ ਦੁਨੀਆ ਦੇ ਪਿੱਛੇ ਲੱਗ ਕੇ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਹੁਣ ਕੋਈ ਬੰਦਾ ਤੁਹਾਡੇ ਪੈਰ 'ਤੇ ਦੂਜਾ ਕੁਹਾੜਾ ਮਾਰੇ, ਤੁਹਾਡੀ ਹੱਡੀ ਟੁੱਕੀ ਜਾਏ, 26 ਦਾ ਪਰਚਾ ਕਰਾਓਗੇ। ਪਰ ਜੇ ਆਪਣੇ ਕੋਲੋਂ ਕੁਹਾੜਾ ਆਪੇ ਪੈਰ 'ਤੇ ਵੱਜੇ, ਬੜਿਆਂ ਬੰਦਿਆਂ ਕੋਲ ਆਪੇ ਆਪਣੇ ਪੈਰਾਂ 'ਤੇ ਕੁਹਾੜੇ ਵੱਜ ਜਾਂਦੇ, ਹੱਥ ਵੱਢੇ ਜਾਂਦੇ ਟੋਕਿਆਂ ਨਾਲ, ਸਰੀਰ ਦੇ ਅੰਗ ਵੱਢੇ ਜਾਂਦੇ। ਹੁਣ ਕਿਸੇ ਨੇ ਦੂਜਾ ਸਾਡੀ ਹੱਡੀ ਨੂੰ ਮਾੜਾ ਟੱਕ ਲਾਵੇ ਤੇ ਪਰਚਾ ਕਰਾਉਣੇ, ਆਪਣੇ ਕੋਲੋਂ ਆਪ ਕਿੰਨਾ ਕੁਝ ਹੋ ਜਾਂਦਾ ਸਾਡੇ ਕੋਲੋਂ। ਹੁਣ ਇੱਥੇ ਤੇ ਪਾਏ ਕੁਹਾੜਾ ਮਾਰਿਆ ਨਾ, ਗਾਫਲ ਆਪਣੇ ਹੱਥ, ਇੱਥੇ ਆਪ ਹੀ ਗਲਤ ਰਸਤੇ ਪਏ ਹੋਏ ਆ। ਤੇ ਇਸ ਕਰਕੇ ਨਾਨਕ ਦੁਨੀਆ ਕੈਸੀ ਹੋਈ, ਹੇ ਨਾਨਕ ਦੁਨੀਆ ਕਿਹੜੇ ਨੀਵੇਂ ਬੰਨੇ ਤੁਰ ਪਈ ਆ, ਸਾਲਕ ਮਿੱਤ ਨਾ ਰਹਿਓ ਕੋਈ ਸਹੀ ਰਾਹ ਦੱਸਣ ਵਾਲਾ ਮਿੱਤਰ ਦਿਸਦਾ ਹੀ ਨਹੀਂ। ਜੇ ਆਪਾਂ ਕਹੀਏ ਦਿਸਦਾ ਹੈ, ਉਹ ਗੁਰੂ ਆ। ਆਓ ਗੁਰੂ ਮਿੱਤਰ ਦੇ ਆਖੇ ਲਾ ਕੇ ਇਸ ਗਰਕਰੀ ਦੁਨੀਆ 'ਚੋਂ, ਇਸ ਭਵ ਸਾਗਰ 'ਚੋਂ, ਇਸ ਡੁੱਬ ਰਹੇ 'ਚੋਂ ਛਾਲ ਮਾਰ ਕੇ ਬਾਹਰ ਨਿਕਲ ਕੇ ਸੱਚ ਦੇ ਪਾਂਧੀ ਬਣੀਏ। ਭਾਈ ਬੰਦੀ ਹੇਤ ਚੁਕਾਇਆ, ਕਿਹੜੇ ਬੰਨੇ ਦੁਨੀਆ ਤੁਰ ਪਈ ਆ। ਭਰਾਵਾਂ ਸਾਗ ਸੰਬੰਧੀਆਂ ਵਿੱਚੋਂ ਪਿਆਰ ਹੀ ਮੁੱਕ ਗਿਆ, ਮੋਹ ਹੀ ਰਹਿ ਗਿਆ, ਪਕੜ ਹੀ ਰਹਿ ਗਈ, ਖਾਣ ਹੀ ਰਹਿ ਗਿਆ, ਬਸ ਵੀ ਇਹਨੂੰ ਖਾ ਲਓ, ਇਹਨੂੰ ਠਿੱਬੀ ਲਾ ਲਓ। ਉਨੀ ਦੇਰ ਤੱਕ ਹੀ ਸੰਬੰਧ ਰਹਿ ਗਿਆ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸਰਬੰਧ। ਵੀ ਸੁਖਮੈ ਆਣ ਬਹੁਤ ਮਿਲ ਬੈਠਦਾ। ਤੁਸੀਂ ਵੇਖੋ ਕਈ ਰਿਸ਼ਤੇਦਾਰ ਦੋਸਤ ਮਿੱਤਰ ਇੱਦਾਂ ਦੇ ਹੁੰਦੇ ਆ, ਜਦੋਂ ਤੁਹਾਡੀ ਕੋਠੀ 'ਚ ਦਾਣੇ ਹੋਣਗੇ, ਤੁਹਾਡੇ ਕੋਲ 4 ਪੈਸੇ ਤੁਹਾਡੇ ਕੋਲ ਬਹਿਣਗੇ। ਸੁਖਮੈ ਆਣ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰਿਆ, ਤੁਹਾਨੂੰ ਘੇਰ ਕੇ ਬਹਿਣਗੇ ਤਾਂ ਬੰਨੇ ਬੰਨੇ। ਇਹ ਸਾਡੇ ਪਾਪਾ ਜੀ, ਇਹ ਸਾਡੇ ਮਾਸੜ ਜੀ, ਇਹ ਸਾਡੇ ਫੁੱਫੜ ਜੀ, ਇਹ ਸਾਡੇ ਤਾਇਆ ਜੀ, ਇਹ ਸਾਡੇ ਚਾਚਾ ਜੀ। ਹਾਂ, ਬਿਪਤ ਪਰੀ ਸਭ ਹੀ ਸੰਗ ਛੱਡਤ, ਮਾੜੀ ਜੀ ਬਿਪਤਾ ਆਣ ਪਈ ਤਾਂ ਸੰਗ ਛੱਡ ਗਏ, ਕੋਊ ਨਾਵਤ ਨਹੀਂ ਰਹੇ, ਫਿਰ ਨੇੜੇ ਕੋਈ ਨਹੀਂ ਆਇਆ। ਪਰ ਜਿਹੜੇ ਬਿਪਤਾ 'ਚ ਵੀ ਨਾਲ ਖਲੋਣ ਨਾ, ਅਸਲ ਸੂਰਮੇ ਹੁੰਦੇ ਨੇ, ਜਿਹੜੇ ਨਾਲ ਖਲੋਂਦੇ ਆ। ਉਹ ਸੂਰਮਾ ਗੁਰੂ ਸੀ। ਗੁਰੂ ਨੇ ਦੱਸਿਆ ਤੇਰੇ ਅੰਦਰ ਦੈਵੀ ਗੁਣ ਆ, ਆ ਭਾਈ ਇਹਨਾਂ ਦੈਵੀ ਗੁਣਾਂ ਨਾਲ ਸਾਂਝ ਪਾ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ, ਸਾਲਕ ਮਿੱਤ ਅਸਲੀ ਮਿੱਤਰ, ਸੱਚਾ ਮਿੱਤਰ ਨਾ ਰਹੇ ਹੋ ਕੋਈ। ਦੇਸੀ ਨਹੀਂ ਰਿਹਾ। ਸੱਚਾ ਮਿੱਤਰ ਹੋਵੇ, ਲਾਵਾਂ ਲੈਣ ਵਾਲੇ ਵੀ ਧੋਖੇ ਨਹੀਂ ਦੇ ਰਿਹਾ। ਬਾਹਰਲੀਆਂ ਕੰਟਰੀਆਂ 'ਚ, ਇੱਥੇ ਵੀ ਹੋ ਰਿਹਾ, ਇੱਕ ਦੂਜੇ ਦੀ ਵਰਤੋਂ ਹੀ ਤਾਂ ਕੀਤੀ ਜਾ ਰਹੀ ਹੈ। ਇਹਨਾਂ ਵਿਆਹ ਕਰਾਇਆ, ਉਹ ਬਸ ਸਿਰਫ ਸੀੜੀ ਬਣਾ ਕੇ, ਪਹਿਲਾਂ ਬ੍ਰੇਨ 'ਚ ਹੈ ਵੀ ਇਹਦੀ ਤਾਂ ਮੈਂ ਵਰਤੋਂ ਕਰ ਰਿਹਾ ਜਾਂ ਕਰ ਰਹੀ ਹਾਂ, ਬਾਹਰ ਜਾ ਕੇ ਤਾਂ ਮੈਂ ਛੱਡ ਦੇਣਾ। ਸਾਲਕ ਮਿੱਤਰ ਨਾ ਰਹੇ ਹੋ ਕੋਈ, ਅਸਲੀ ਮਿੱਤਰ ਦਿਸਦਾ ਹੀ ਨਹੀਂ। ਬੜੇ ਦੋਸਤ ਮਿੱਤਰ ਐਸੇ ਜਿਨ੍ਹਾਂ ਨੇ ਆਪਣੇ ਕੋਲੋਂ ਪੈਸੇ ਲਾ ਲਾ ਕੇ ਆਪਣੇ ਦੋਸਤਾਂ ਨੂੰ ਬਿਜ਼ਨਸ ਦੇ ਨਾਲ ਖੜਾ ਕੀਤਾ। ਉਹਨੇ ਗਾਂਹ ਜਾ ਕੇ ਉਹਨੂੰ ਠਿੱਬੀ ਲਾਤੀ, ਉਹਨੇ ਠਿੱਬੀ ਲਾ ਕੇ ਉਹਨੂੰ ਸੁੱਟਣ ਦੀ ਕੋਸ਼ਿਸ਼ ਕੀਤੀ। ਆਂਦਾ ਮੈਂ ਤੇ ਉਹ ਅਸਲ 'ਚ ਇਹੋ ਜਿਹੇ ਵਿਚਾਰੇ ਜਿਨ੍ਹਾਂ ਨਾਲ ਧੋਖੇ, ਫਿਰ ਉਹ ਲਿਖ ਕੇ ਲਾਉਂਦੇ ਇੱਦਾਂ ਵੀ ਮੈਂ ਨੇਕੀ ਕੀਤੀ ਹੈ, ਚੰਗੇ ਕੰਮ ਕੀਤੇ ਆ, ਮੈਂ ਜੁੱਤੇ ਖਾਧੇ ਆ, ਹੁਣ ਤੂੰ ਵੀ ਕਰ ਲਾ। ਪਰ ਨਹੀਂ, ਉਹਨਾਂ ਨੂੰ ਦੱਸਣ ਦੀ ਸਾਡਾ ਫਰਜ਼ ਬਣਦਾ, ਭਾਈ ਤੁਸੀਂ ਆਪਣਾ ਪਰਉਪਕਾਰ ਕਰੀ ਜਾਓ, ਸਮਾਂ ਦੱਸੇਗਾ, ਵਕਤ ਆਏਗਾ, ਇੱਕ ਮੂੰਹ ਦੀ ਖਾਣੀ ਪਵੇਗੀ ਉਹਨਾਂ ਨੂੰ। ਕਿਉਂਕਿ ਜਿਹੜੇ ਧੋਖੇ, ਗੱਲ ਉਹ ਆਉਂਦੀ ਨਾ ਚੋਰ ਵਾਲੀ, ਵੀ ਇੱਕ ਚੋਰ ਤੇ ਉਹਦਾ ਪੁੱਤਰ ਤੁਰੇ ਜਾ ਰਹੇ ਸੀ, ਤੇ ਚੋਰ ਆਪਣੇ ਬੇਟੇ ਨੂੰ ਕਹਿੰਦਾ ਬੇਟਾ ਉਹ ਜਿਹਦੇ ਘਰ ਦੀਵਾ ਜਗਦਾ ਹੈ ਨਾ, ਉਸ ਘਰੋਂ ਮੈਂ 16 ਵਾਰ ਚੋਰੀ ਕਰ ਚੁੱਕਾ। ਤੇ ਚੋਰ ਦਾ ਬੇਟਾ ਅੱਗਿਓਂ ਹੱਸ ਪਿਆ, ਚੋਰ ਦਾ ਬੇਟਾ ਅੱਗਿਓਂ ਹੱਸ ਪਿਆ। ਤੇ ਚੋਰ ਆਂਦਾ ਬੇਟਾ ਹੱਸਿਆ ਕਿਉਂ ਆ? ਕਹਿੰਦਾ ਡੈਡੀ ਹਾਸਾ ਇਸ ਕਰਕੇ ਆਇਆ ਵੀ ਇਸ ਘਰੋਂ ਤੁਸੀਂ 16 ਵਾਰ ਚੋਰੀ ਕੀਤੀ, ਦੀਵਾ ਤਾਂ ਵੀ ਜਗੀ ਜਾਂਦਾ। ਆਪਣੇ ਘਰੋਂ ਕਈ ਵਾਰੀ ਤੇਲ ਵੀ ਮੁੱਕ ਜਾਂਦਾ, ਆਪਣੇ ਘਰ ਦੀਵਾ ਕਈ ਵਾਰੀ ਜਗਦਾ ਹੀ ਨਹੀਂ ਰਾਤ ਨੂੰ। ਚੋਰੀਆਂ ਕੀਤੀਆਂ, ਬੇਈਮਾਨੀ ਕੀਤੀਆਂ, ਦੀਵੇ ਸਦਾ ਜਗਦੇ ਨਹੀਂ ਰਹਿੰਦੇ, ਦੀਵੇ ਬੁੱਝ ਜਾਂਦੇ ਨੇ। ਆਓ ਜੇ ਦੀਵਾ ਜਗਾਉਣਾ ਚਾਹੁੰਦੇ ਹੋ ਤਾਂ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਨੂੰ ਸੋਕਿਆ ਚੂਕਾ ਜਮ ਸਿਉ ਵੇਰ ਵਾਲਾ ਦੀਵਾ ਜਗਾਈਏ। ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ, ਦੁਨੀਆ ਦੇ ਕਾਰਨ, ਇਸ ਮਾਇਆ ਦੇ ਕਾਰਨ, ਇਸ ਵਿਸ਼ਿਆਂ ਵਕਾਰਾਂ ਦੇ ਕਾਰਨ, ਇਸ ਬੁਰਾਈ ਦੇ ਵਿੱਚ ਪੈ ਕੇ ਦੀਨ ਗਵਾਇਆ। ਬੰਦੇ ਨੇ ਆਪਣਾ ਧਰਮ, ਚੰਗਿਆਈ ਗਵਾ ਲਈ, ਆਪਣੇ ਅੰਦਰੋਂ ਭਲਾਈ ਵਾਲਾ ਸੁਭਾਅ ਗਵਾ ਲਿਆ ਜਿਹੜਾ ਨਹੀਂ ਗਵਾਉਣਾ ਸੀ। ਅਸੀਂ ਅਸਲੀ ਮਿੱਤਰ ਦੇ ਨਾਲ ਜੁੜ ਕੇ ਆਪਣੇ ਵਿੱਚ ਉਹ ਗੁਣ, ਉਹ ਕੁਆਲਿਟੀ ਲੈ ਕੇ ਆਉਣੀ ਆ। ਅਤੇ ਉਹ ਸਾਡਾ ਮਿੱਤਰ ਕੌਣ ਆ? ਉਹ ਮਿੱਤਰ ਹੈ ਸਾਡਾ ਗੁਰੂ। ਅਤੇ ਗੁਰੂ ਦੱਸਦਾ ਤੇਰੇ ਅੰਦਰ ਉਹ ਗੁਣ ਵਾ। ਗੁਣ ਤੇਰੇ ਮਿੱਤਰ ਨੇ ਕਿਹੜੇ? ਨਾਨਕ ਅਵਗੁਣ ਜੇਤੜੇ, ਤੇਤੇ ਗਲੀ ਜੰਜੀਰ, ਜੇ ਗੁਣ ਹੋਵਣ ਤਾਂ ਕਟੀਆਂ ਸੇ ਭਾਈ ਸੇ ਵੀਰ। ਉਹ ਗੁਣ ਸਾਡੇ ਮਿੱਤਰ ਵਾ, ਸਾਡੇ ਭੈਣ ਭਰਾ। ਆਓ ਉਹਦੇ ਨਾਲ ਸੁਰਤ ਜੋੜੀਏ ਅਤੇ ਆਪਣੀ ਜੀਵਨ ਨੂੰ ਵਧੀਆ ਜਿਉਣ ਦੇ ਯਤਨ ਕਰੀਏ। ਸਾਧ ਸੰਗਤ ਜੀ,
1410 ਨੰਬਰ ਅੰਕ ਤੇ 5 ਨੰਬਰ ਸ਼ਲੋਕ ਦਾ ਅੱਜ ਆਪਾਂ ਪਾਠ ਤੇ ਵਿਚਾਰ ਸਾਂਝੀ ਕੀਤੀ ਹੈ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।